ਵਾਹਿਗੁਰੂ 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 ਵਾਹਿਗੁਰੂ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਤੇ ਤੁਕੀ, ਇਕ ਓੰਕਾਰ ਸਤਿਗੁਰ ਪ੍ਰਸਾਦ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਖਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨ ਮੁਖ ਭਰਮ ਭੁਲਾਇਆ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਖਸ਼ ਮਾਰ ਪਚਾਇਆ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਓ, ਮਨ ਮੁਖ ਭਰਮ ਭੁਲਾਇਆ। ਹਰ ਜੀ ਇਹ ਤੇਰੀ ਵਡਿਆਈ, ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸਰਣਾਈ, ਹਰ ਜੀ ਇਹ ਤੇਰੀ ਵਡਿਆਈ। ਭਗਤਾਂ ਕੀ ਪੈਜ ਰੱਖ ਤੂੰ ਸੁਆਮੀ। ਭਗਤ ਤੇਰੀ ਸਰਣਾਈ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੇ ਪਾਵਨ ਪਵਿੱਤਰ ਸੱਚਖੰਡ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਸਭ ਸੰਗਤ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਦਾ ਆਨੰਦ ਮਾਣਨ ਵਾਸਤੇ ਇਹ ਸੁਭਾਗੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਨਿਤਾ ਪ੍ਰਤ ਮਰਿਆਦਾ ਅਨੁਸਾਰ ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਆਏ ਹੋਏ ਪਾਵਨ ਮੁਖਵਾਕ ਦੀ ਵਿਚਾਰ ਇਸ ਅਸਥਾਨ ਤੋਂ ਸਤਿਗੁਰੂ ਜੀ ਕਿਰਪਾ ਕਰਕੇ ਵਿਚਾਰ ਕਰਵਾਉਂਦੇ ਨੇ, ਤਾਂ ਜੋ ਸ਼ਬਦ ਦੀ ਵਿਚਾਰ ਦੇ ਨਾਲ ਸਾਡੀ ਟੁੱਟੀ ਹੋਈ ਜੀਵ ਆਤਮਾ ਪਰਮ ਆਤਮਾ ਦੇ ਨਾਲ ਜੁੜ ਸਕੇ, ਸਾਡੇ ਅੰਦਰ ਇਬਾਦਤ ਦੀ ਕ੍ਰਾਂਤੀ ਆ ਸਕੇ, ਬੰਦਗੀ ਦੀ ਕ੍ਰਾਂਤੀ ਆ ਸਕੇ। ਆਓ ਜੀ ਮਨੇ ਬਿਰਤੀਆਂ ਇਕਾਗਰ ਚਿਤ ਕਰੀਏ, ਸਤਿਗੁਰੂ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਪਾਤਸ਼ਾਹ
ਸੀਸ ਤੇ ਮਿਹਰ ਭਰਿਆ ਹੱਥ ਰੱਖ ਕਰਕੇ ਆਪ ਜੀ ਨੇ ਸ਼ਬਦ ਦੀ ਵਿਚਾਰ ਕਰਵਾ ਲੈਣੀ। ਦੋਵੇਂ ਹੱਥ ਜੋੜ ਕਰਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਉਚਾਰਨ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਤੇ ਤੁਕੀ ਇਕ ਓੰਕਾਰ ਸਤ ਗੁਰ ਪ੍ਰਸਾਦ। ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਸ੍ਰੀ ਮੁਖਵਾਕ ਜੀ ਨੂੰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਮੁਬਾਰਕ ਰਸਨਾ ਤੋਂ ਸੋਰਠ ਰਾਗ ਦੇ ਅੰਦਰ ਉਚਾਰਨ ਕਰਦੇ ਹਨ। ਗੁਰਮਤ ਸੰਗੀਤ ਅਨੁਸਾਰ ਪਹਿਲੇ ਘਰ ਦੇ ਵਿੱਚ ਗਾਉਣ ਦੀ ਹਦਾਇਤ ਇਸ ਸ਼ਬਦ ਬਾਰੇ ਦਿੱਤੀ ਗਈ ਹੈ ਅਤੇ ਇੱਕ ਇੱਕ ਪਦੇ ਦੇ ਅੰਦਰ 3 ਤੁਕਾਂ ਹਨ, ਇਸ ਕਰਕੇ ਤੇਤੁਕੀ ਸਿਰਲੇਖ ਵੀ ਹੈ। ਸ਼ਬਦ ਦੀ ਆਰੰਭਤਾ ਤੋਂ ਪਹਿਲਾਂ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦਾ ਮੰਗਲ ਵੀ ਕਰਦੇ ਨੇ ਅਤੇ ਸਾਨੂੰ ਸਮਝਾਉਂਦੇ ਨੇ ਕਿ ਜਿਸ ਪ੍ਰਮਾਤਮਾ ਦੀ ਨਾਮ ਦੀ ਵਡਿਆਈ ਕੀਤੀ ਗਈ ਹੈ, ਜਿਸ ਪ੍ਰਮਾਤਮਾ ਦੇ ਚਰਨਾਂ ਦੀ ਵਡਿਆਈ ਕੀਤੀ ਹੈ, ਉਹ ਇੱਕ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੀ ਉਤਪਤੀ ਕਰ ਰਿਹਾ ਹੈ। ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਹੀ ਰਿਜ਼ਕ ਦੇ ਰਿਹਾ ਹੈ, ਪਾਲਣਾ ਕਰ ਰਿਹਾ ਹੈ। ਉਹ ਪ੍ਰਮਾਤਮਾ ਹੀ ਫਿਰ ਅਖੀਰ ਸਮੇਟ ਰਿਹਾ ਹੈ। ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਭਇਓ ਸਿਮਟ ਸ਼ੰਕਰ ਇਕੱਠਾ। ਉਹ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਉਹੀ ਉਤਪਤੀ ਕਰ ਰਿਹਾ ਹੈ, ਉਹੀ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਪਾਲਣਾ ਕਰ ਰਿਹਾ ਹੈ ਅਤੇ ਉਹੀ ਅਖੀਰ ਇਸ ਸੰਸਾਰ ਦਾ ਸਮੇਟਣਾ ਕਰ ਰਿਹਾ ਹੈ। ਉਸ ਪ੍ਰਮਾਤਮਾ ਦਾ ਮੰਗਲ ਕਰਦੇ ਨੇ ਅਤੇ ਦੱਸਦੇ ਕਿ ਉਸ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ, ਪ੍ਰਮਾਤਮਾ ਦੇ ਚਰਨਾਂ ਦੀ ਪ੍ਰਾਪਤੀ ਪੂਰੇ ਸਤਿਗੁਰੂ ਦੇ ਬਖਸ਼ਿਸ਼ ਦੁਆਰਾ ਹੁੰਦੀ ਹੈ। ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਧੁਰ ਤੂੰ ਰੱਖਦਾ ਆਇਆ। ਖਾਲਸਾ ਜੀ, ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਪ੍ਰਮਾਤਮਾ ਦੇ ਨਾਮ ਦੀ ਤੇ ਨਾਮ ਨੂੰ ਜਪਣ ਵਾਲਿਆਂ ਦੇ ਭਗਤਾਂ ਦੀ ਕਲਾ ਦੀ ਵਿਆਖਿਆ ਕਰਦੇ ਨੇ ਕਿ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਜਪਿਆ ਹੈ, ਪ੍ਰਮਾਤਮਾ ਉਹਨਾਂ ਦੀ ਲਾਜ ਕਿਵੇਂ ਰੱਖਦਾ ਹੈ। ਇਹ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਵੀ ਦੱਸਦੇ ਨੇ। ਦੂਸਰਾ, ਇਸ ਸ਼ਬਦ ਵਿੱਚ ਆਪ ਜੀ ਦਰਸ਼ਨ ਕਰੋਗੇ ਕਿ ਸਤਿਗੁਰੂ ਨੇ ਸ਼ਬਦ ਵਰਤੇ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ। ਹਰ ਜੀ ਇਹ ਤੇਰੀ ਵਡਿਆਈ। ਜਿਸ ਵਕਤ ਧੰਨ ਗੁਰੂ ਅਮਰਦਾਸ ਜੀ ਇਹ ਸ਼ਬਦ ਉਚਾਰ ਰਹੇ ਨੇ ਤੇ ਸ਼ਬਦ ਪੜ੍ਹ ਕੇ ਇਹ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਖਸ਼ਾਤ ਉਸ ਖੁਦਾ ਦੇ ਸਨਮੁਖ ਬੈਠ ਕਰਕੇ ਕਹਿ ਰਹੇ ਹੋਣ ਕਿ ਪ੍ਰਮਾਤਮਾ ਤੂੰ ਸਦਾ ਹੀ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ ਤੇ ਲਾਜ ਕੇਵਲ ਇਸ ਯੁੱਗ ਤੋਂ ਨਹੀਂ, ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ ਪ੍ਰਮਾਤਮਾ ਤੂੰ ਆਪਣੇ ਨਾਮ ਜਪਣ ਵਾਲਿਆਂ ਦੀ ਲਾਜ ਰੱਖਦਾ ਆਇਆ ਹੈ। ਪ੍ਰਮਾਤਮਾ ਇਹ ਤੇਰੀ ਵਡਿਆਈ ਹੈ। ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਨੂੰ ਸੰਬੋਧਨ ਹੁੰਦੇ ਹੋਏ ਬਚਨ ਕਰਦੇ ਨੇ ਕਿ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ। ਹੇ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ, ਤੂੰ ਸਦਾ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ, ਧੁਰ ਤੂੰ ਰੱਖਦਾ ਆਇਆ। ਆਦਿ ਕਾਲ ਤੋਂ, ਜਦੋਂ ਤੋਂ ਸ੍ਰਿਸ਼ਟੀ ਹੋਂਦ ਵਿੱਚ ਆਈ ਹੈ, ਜਿਸਨੇ ਪ੍ਰਮਾਤਮਾ ਨੂੰ ਜਪਿਆ ਹੈ, ਸੱਚ ਹੈ ਨਾਮ ਨੂੰ ਜਪਣ ਵਾਲੇ ਸੱਜਣ ਨੂੰ, ਭਗਤ ਨੂੰ, ਪਿਆਰੇ ਨੂੰ ਕਸ਼ਟਾਂ ਦਾ, ਦੁੱਖਾਂ ਦਾ ਸਾਹਮਣਾ ਵੀ ਕਰਨਾ ਪਿਆ। ਜਿਹੜਾ ਵੀ ਨਾਮ ਨੂੰ ਜਪਦਾ ਹੈ, ਜਿਹੜਾ ਰੱਬ ਦੇ ਰਾਹ ਤੇ ਤੁਰਦਾ ਹੈ, ਪਰਮਾਤਮਾ ਦੇ ਰਸਤੇ ਤੇ ਤੁਰਦਾ ਹੈ,
ਸੱਚ ਹੈ, ਉਹਦਾ ਰਸਤਾ ਇਸ ਤਰ੍ਹਾਂ ਹੁੰਦਾ ਹੈ ਜਿਵੇਂ ਅੱਗ ਦੇ ਅੰਗਿਆਰਿਆਂ ਤੇ ਤੁਰਨਾ ਹੋਵੇ। ਖਾਲਸਾ ਜੀ, ਪਰ ਪ੍ਰਮਾਤਮਾ ਉਹ ਐਸੀ ਵਡਿਆਈ ਦਾ ਮਾਲਕ ਹੈ ਕਿ ਭਾਵੇਂ ਜਿਤਨੇ ਮਰਜ਼ੀ ਕਸ਼ਟ ਭਗਤ ਦੇ ਉੱਤੇ ਆ ਜਾਣ, ਪਰਮਾਤਮਾ ਨੂੰ ਜਪਣ ਵਾਲਾ ਹੋਵੇ, ਭਾਵਨਾ ਵਾਲਾ ਹੋਵੇ, ਤੇ ਪਰਮਾਤਮਾ ਆਪਣੇ ਪਿਆਰੇ ਨੂੰ ਤੱਤੀ ਵਾਹ ਵੀ ਲੱਗਣ ਨਹੀਂ ਦਿੰਦਾ। ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਵਡਿਆਈ ਹੈ। ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਹਰਨਾਖਸ਼ ਮਾਰ ਪਚਾਇਆ। ਖਾਲਸਾ ਜੀ, ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਪਰਮਾਤਮਾ ਦੀ ਵਡਿਆਈ ਦੱਸਦੇ ਹੋਏ ਭਗਤ ਪ੍ਰਹਿਲਾਦ ਜੀ ਦਾ ਉਦਾਹਰਣ ਦਿੰਦੇ ਨੇ। ਗੁਰੂ ਕੀ ਬਾਣੀ ਦੇ ਵਿੱਚ ਸ਼ਬਦ ਆਉਂਦੇ, RAM ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਸਤਿਗੁਰੂ ਨੇ ਕਿਹਾ ਇਸ ਤਰ੍ਹਾਂ ਜਪੀ ਜਿਵੇਂ ਕਦੇ ਭਗਤ ਧਰੂ ਨੇ, ਭਗਤ ਪ੍ਰਹਿਲਾਦ ਨੇ ਜਪਿਆ। ਕਾਰਨ ਬੜਾ ਵੱਡਾ ਹੈ। ਉਹਨਾਂ ਭਗਤਾਂ ਦਾ ਉਦਾਹਰਣ ਕਿਉਂ ਦਿੱਤਾ? ਭਗਤ ਧਰੂ ਜੀ ਦਾ ਜਦੋਂ ਇਤਿਹਾਸ ਪੜ੍ਹਦੇ ਹਾਂ, ਸਾਨੂੰ ਨਜ਼ਰ ਹੀ ਆਵੇਗਾ ਕਿ ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁੱਛੜ ਲੀਤਾ। ਕਿ ਭਗਤ ਧਰੂ ਜੀ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਖੇਡ ਕੇ ਜਦੋਂ ਘਰ ਪਰਤੇ, ਪਿਤਾ ਨੇ ਪਿਆਰ ਦੇ ਨਾਲ ਆਪਣੀ ਗੋਦ ਵਿੱਚ ਬਿਠਾਇਆ। ਮਤਰੇਈ ਮਾਂ ਨੇ ਰੋਸ ਕੀਤਾ, ਈਰਖਾ ਕੀਤੀ, ਕ੍ਰੋਧ ਵਿੱਚ ਭਗਤ ਧਰੂ ਨੂੰ ਪਿਤਾ ਦੀ ਗੋਦ ਤੋਂ ਉਠਾ ਦਿੱਤਾ। ਪਿਤਾ ਦੇ ਇਸ ਵਖਰੇਵੇਂ ਤੋਂ ਭਗਤ ਧਰੂ ਜੀ ਨਿਰਾਸ਼ ਹੋਏ, ਉਦਾਸ ਹੋਏ, ਆਪਣੀ ਮਾਂ ਕੋਲ ਗਏ। ਮਾਤਾ ਨੂੰ ਜਾ ਕੇ ਪੁੱਛਿਆ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਸਭ ਹੋਵਨ ਮੀਤਾ। ਖਾਲਸਾ ਜੀ, ਜੇ ਚਾਹੁੰਦੇ ਆ ਨਾ ਬੱਚੇ ਭਗਤ ਹੋਣ, ਤੇ ਬੱਚਿਆਂ ਨੂੰ ਭਗਤ ਬਣਾਉਣ ਤੋਂ ਪਹਿਲਾਂ ਮਾਂ ਪਿਓ ਨੂੰ ਖੁਦ ਭਗਤ ਬਣਨਾ ਪਵੇਗਾ। ਮਾਂ ਨੂੰ ਪੁੱਛਿਆ, ਮਾਂ ਕਿ ਰਾਜ ਕਿਵੇਂ ਮਿਲੇਗਾ, ਇਹ ਵੈਰੀ ਇਹ ਸ਼ਤਰੂ ਮਿੱਤਰ ਕਿਵੇਂ ਬਣਨਗੇ? ਮਾਂ ਭਾਵਨਾ ਵਾਲੀ ਸੀ, ਉਹਨੇ ਇਹ ਨਹੀਂ ਕਿਹਾ ਆਪਣੇ ਪਿਤਾ ਦੀ ਬਗਾਵਤ ਕਰ ਦੇ। ਮਾਂ ਨੇ ਕਿਹਾ, ਬੇਟਾ ਪਰਮੇਸ਼ਰ ਆਰਾਧੀਐ ਜੇਦੂ ਹੋਈਐ ਪਤਤ ਪੁਨੀਤਾ, ਤੂੰ ਰੱਬ ਦਾ ਨਾਮ ਤੇ ਆ, ਪ੍ਰਮਾਤਮਾ ਤੈਨੂੰ ਸ੍ਰਿਸ਼ਟੀ ਦਾ ਰਾਜ ਬਖਸ਼ੇਗਾ। ਸੱਚ ਹੈ, ਜਿਸ ਇਹ ਨਾਮ ਨੂੰ ਜਪਣ ਵਾਲਿਆਂ ਨੂੰ ਪ੍ਰਮਾਤਮਾ ਦਰਗਾਹ ਦੀ ਪਾਤਸ਼ਾਹੀ ਦਿੰਦਾ ਹੈ। ਖਾਲਸਾ ਜੀ, ਭਗਤ ਧਰੂ ਜੀ ਜਪਣ ਵਾਸਤੇ ਮਹਿਲਾਂ ਨੂੰ ਤਿਆਗ ਕੇ ਚੱਲੇ। ਪਿੱਛੋਂ ਰਾਜੇ ਸੱਦਿਆ, ਨਿਹਚਲ ਰਾਜ ਕਰੋ ਨਿਤਨੀਤਾ। ਰਾਜੇ ਨੂੰ ਪਤਾ ਲੱਗਾ, ਸੁਨੇਹਾ ਲਾ ਦਿੱਤਾ ਕਿ ਤੈਨੂੰ ਮੈਂ ਅੱਧਾ ਰਾਜ ਦੇਣਾ। ਤੇ ਵੇਖੋ ਅੱਜ ਕਿਤੇ ਸਿੱਖ ਬਾਣੀ ਪੜ੍ਹਦਾ ਹੋਵੇ, ਕਿਸੇ ਕਾਰਜ ਨੂੰ ਮੁੱਖ ਰੱਖ ਕੇ ਜਦੋਂ ਗੁਰੂ ਅਰਦਾਸ ਪੂਰੀ ਕਰ ਦਵੇ, ਬਾਅਦ ਵਿੱਚ ਕਈ ਵਾਰ ਵੇਖਣ ਵਿੱਚ ਆਉਂਦਾ ਸੀ ਬਾਣੀ ਪੜ੍ਹਨੀ ਛੱਡ ਦਿੰਨੇ ਆ, ਦਾਤ ਲੈ ਕਰਕੇ ਦਾਤੇ ਨੂੰ ਭੁੱਲ ਜਾਂਦੇ ਆ। ਭਗਤ ਧਰੂ ਨੂੰ ਅੱਧੀ ਸ੍ਰਿਸ਼ਟੀ ਦੇ ਰਾਜ ਦਾ ਸੁਨੇਹਾ ਮਿਲਿਆ। ਚੌਂਕੜਾ ਲਾ ਕੇ ਵੈਰਾਗ ਵਿੱਚ ਆ ਗਏ। ਪੁੱਛਿਆ, ਇੰਨਾ ਵੈਰਾਗ ਕਿਸ ਗੱਲ ਦਾ? ਕਹਿੰਦੇ ਹਜੇ ਭਗਤੀ ਕਰਨ ਵਾਸਤੇ ਤੁਰਿਆ ਸਾਂ, ਅੱਧੀ ਸ੍ਰਿਸ਼ਟੀ ਦਾ ਰਾਜ ਮਿਲ ਗਿਆ। ਜੇ ਕਿਤੇ ਮੈਂ ਪ੍ਰਮਾਤਮਾ ਦੀ ਭਗਤੀ ਕਰੀ ਜਾਵਾਂ ਤੇ ਪ੍ਰਮਾਤਮਾ ਆਪਣੇ ਚਰਨਾਂ ਦੀ ਮੌਜ ਵੀ ਜ਼ਰੂਰ ਦੇਵੇਗਾ। ਲਾਲਚ ਵੇਖ ਕਰਕੇ ਭਗਤ ਧਰੂ ਨੇ ਭਗਤੀ ਨਹੀਂ ਛੱਡੀ, ਇਸ ਕਰਕੇ ਕਿਹਾ ਉਵੇਂ ਜਪੀ। ਦੂਸਰਾ ਭਗਤ ਪ੍ਰਹਿਲਾਦ ਜੀ ਦਾ ਜ਼ਿਕਰ। ਕਹਿੰਦੇ ਭਗਤ ਪ੍ਰਹਿਲਾਦ ਜੀ ਦੇ ਜਿਹੜੇ ਪਿਤਾ ਸੀ ਹਰਨਾਕਸ, ਇਤਨਾ ਕਿ ਹੰਕਾਰ ਹੋ ਗਿਆ ਆਪਣੀ ਹਸਤੀ ਦਾ। ਇਹ ਐਲਾਨ ਕਰ ਦਿੱਤਾ, ਕੋਈ ਵੀ ਹਰੀ ਦਾ ਜਾਪ ਨਾ ਕਰੇ, ਸਾਰੇ ਹਰਨਾਕਸ਼ ਹਰਨਾਕਸ਼ ਜਪਿਆ ਕਰਨ। ਕਹਿੰਦੇ ਇੱਕ ਦਿਨ ਭਗਤ ਪ੍ਰਹਿਲਾਦ ਜੀ ਜਦੋਂ ਪੜ੍ਹਨ ਦੀ ਉਮਰ ਹੋਈ ਤੇ ਰਥ ਦੇ ਉੱਤੇ ਸਵਾਰ ਹੋ ਕਰਕੇ ਆਪਣੇ ਵਿਦਿਆਲੇ ਵੱਲ ਜਾ ਰਹੇ ਸਨ, ਗੁਰੂਕੁਲ ਵੱਲ ਜਾ ਰਹੇ ਸਨ। ਰਸਤੇ ਵਿੱਚ ਕਹਿੰਦੇ ਆਵਾਜ਼ ਕੰਨਾਂ ਵਿੱਚ ਪਈ ਕਿ ਪ੍ਰਮਾਤਮਾ ਅਕਾਲ ਪੁਰਖ ਕੇਵਲ ਤੂੰ ਹੀ ਸਾਡੀ ਸਹਾਇਤਾ ਕਰ ਸਕਦਾ, ਕੋਈ ਹੋਰ ਸਾਡੀ ਬਾਂਹ ਨਹੀਂ ਪਕੜ ਸਕਦਾ। ਇਹ ਸ਼ਬਦ ਜਦੋਂ ਭਗਤ ਪ੍ਰਹਿਲਾਦ ਨੇ ਸੁਣੇ, ਰਥ ਨੂੰ ਰੁਕਵਾਇਆ, ਉਤਰ ਕਰਕੇ ਉਸ ਝੌਂਪੜੀ ਵਿੱਚ ਗਏ। ਜਾ ਕੇ ਵੇਖਿਆ ਉਹ ਦੋਵੇਂ ਪਤੀ ਪਤਨੀ ਅਰਦਾਸ ਕਰ ਰਹੇ ਸਨ ਅੱਖਾਂ ਬੰਦ ਕਰਕੇ, ਪ੍ਰਮਾਤਮਾ ਕੇਵਲ ਤੂੰ ਸਾਡੀ ਬਾਂਹ ਪਕੜ ਸਕਦਾ, ਕੋਈ ਹੋਰ ਨਹੀਂ ਪਕੜ ਸਕਦਾ। ਭਗਤ ਪ੍ਰਹਿਲਾਦ ਨੇ ਕਿਹਾ, ਤੁਸੀਂ ਮੇਰੇ ਪਿਤਾ ਦਾ ਹੁਕਮ ਨਹੀਂ ਮੰਨ ਰਹੇ। ਮੇਰੇ ਪਿਤਾ ਨੇ ਕਿਹਾ ਕੇਵਲ ਹਰਨਾਕਸ਼ ਦਾ ਜਾਪ ਕਰਨਾ। ਕਹਿੰਦੇ ਹੁਣ ਹਰਨਾਕਸ਼ ਦਾ ਜਾਪ ਨਹੀਂ ਬਚਾ ਸਕਦਾ, ਕੇਵਲ ਹਰੀ ਦਾ ਜਾਪ ਬਚਾ ਸਕਦਾ। ਭਗਤ ਪ੍ਰਹਿਲਾਦ ਨੇ ਪੁੱਛਿਆ ਵੀ ਕਿਉਂ? ਐਸਾ ਕਿਹੜਾ ਕੰਮ ਹੈ, ਐਸੀ ਕਿਹੜੀ ਸਹਾਇਤਾ ਜਿਹੜਾ ਮੇਰਾ ਪਿਤਾ ਨਾ ਕਰ ਸਕੇ?
ਕਹਿੰਦੇ ਉਹਨਾਂ ਦੋਵਾਂ ਨੇ ਜਵਾਬ ਦਿੱਤਾ, ਅਸੀਂ ਮਿੱਟੀ ਦੇ ਭਾਂਡੇ ਬਣਾਉਨੇ ਆ। ਆਵੇ ਦੇ ਵਿੱਚ ਮਿੱਟੀ ਦੇ ਭਾਂਡੇ ਬਣਾ ਕਰਕੇ ਬੰਦ ਕੀਤਾ, ਪਰ ਵੇਖੋ ਆਵਾਜ਼ ਆ ਰਹੀ ਹੈ ਬਿੱਲੀ ਦੇ ਬਲੂੰਗੜਿਆਂ ਦੀ, ਤੇ ਹੁਣ ਕਿਤੇ ਅੱਗ ਦੇ ਸੇਕ ਦੇ ਕਾਰਨ ਉਹ ਮਰ ਨਾ ਜਾਣ, ਇਸ ਕਰਕੇ ਅਸੀਂ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰ ਰਹੇ ਹਾਂ। ਭਗਤ ਪ੍ਰਹਿਲਾਦ ਨੇ ਕਿਹਾ ਕਿ ਪ੍ਰਮਾਤਮਾ ਅੱਗੇ ਅਰਦਾਸ ਕਰੋਗੇ ਤੇ ਪ੍ਰਮਾਤਮਾ ਅੱਗੇ ਕੀਤੀ ਅਰਦਾਸ ਬਿੱਲੀ ਦੇ ਬੱਚਿਆਂ ਨੂੰ ਅੱਗ ਤੋਂ ਬਚਾ ਲਵੇਗੀ। ਤੇ ਖਾਲਸਾ ਜੀ ਉਹ ਦੋਵੇਂ ਭਾਵਨਾ ਵਾਲੇ ਸਨ, ਕਹਿੰਦੇ ਜੇ ਪ੍ਰਮਾਤਮਾ ਕਿਰਪਾ ਕਰੇ ਉਹ ਬਿਨਾਂ ਸਵਾਸਾਂ ਤੋਂ ਵੀ ਜਿਉਂਦਿਆਂ ਰੱਖ ਸਕਦਾ, ਅੱਗ ਦੀ ਕਿਹੜੀ ਗੱਲ ਹੈ। ਪ੍ਰਮਾਤਮਾ ਅੱਗੇ ਭਾਵਨਾ ਨਾਲ ਅਰਦਾਸ ਕੀਤੀ ਜਾਵੇ, ਤੱਤੀ ਵਾਹ ਵੀ ਲੱਗਣ ਨਹੀਂ ਦਿੰਦਾ। ਕਹਿੰਦੇ ਭਗਤ ਪ੍ਰਹਿਲਾਦ ਨੇ ਕਿਹਾ ਜਦੋਂ ਆਵਾ ਦੁਬਾਰਾ ਖੋਲੋ ਮੈਨੂੰ ਜ਼ਰੂਰ ਦੱਸ ਦਿਓ। ਖਾਲਸਾ ਜੀ ਕੁਝ ਦਿਨਾਂ ਬਾਅਦ ਜਦੋਂ ਆਵਾ ਖੋਲਿਆ, ਵੇਖਿਆ ਕਿ ਜਿਹੜੀ ਅੱਗ ਮਿੱਟੀ ਦੇ ਭਾਂਡਿਆਂ ਨੂੰ ਸੇਕ ਦਿੰਦੀ ਹੈ, ਭਾਂਡੇ ਪੱਕੇ ਹੋ ਜਾਂਦੇ, ਪਰ ਉਹ ਬਿੱਲੀ ਦੇ ਜਿਹੜੇ ਬੱਚੇ ਸਨ ਉਹਨਾਂ ਨੂੰ ਅੱਗ ਕੁਝ ਵੀ ਕਰ ਨਾ ਸਕੀ, ਅੱਗ ਵਾਲ ਵੀ ਵਿੰਗਾ ਨਾ ਕਰ ਸਕੀ। ਇੱਥੋਂ ਐਸੀ ਜਾਗ ਲੱਗੀ ਭਗਤੀ ਕਰਨ ਦੀ, ਭਗਤ ਪ੍ਰਹਿਲਾਦ ਨੇ ਪਰਮਾਤਮਾ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦਿੱਤਾ, ਰਾਮ ਨਾਮ ਦਾ ਜਪ ਕੀਤਾ। ਪਰ ਮੈਂ ਬੇਨਤੀ ਕਰਾਂ, ਭਗਤ ਪ੍ਰਹਿਲਾਦ ਨੇ ਉਸ ਰਾਮ ਨਾਮ ਦਾ ਜਪ ਕੀਤਾ ਹੈ ਜਿਸ ਰਾਮ ਨੇ ਦਸ਼ਰਥ ਦੇ ਪੁੱਤਰ ਸ਼੍ਰੀ ਰਾਮਚੰਦਰ ਨੂੰ ਦੁਨੀਆ ਤੇ ਭੇਜਿਆ ਸੀ। ਤੈਤੋਂ ਹੀ ਬਲਰਾਮ ਲੈ ਨਲ ਬਾਣਾ ਦੈਸ ਰਕਾਇਆ, ਤੈਤੋਂ ਹੀ ਬਲ ਕ੍ਰਿਸ਼ਨ ਲੈ ਕੰਸਕੇਸੀ ਪਕੜ ਗਿਰਾਇਆ। ਇਹ ਉਸ ਰਾਮ ਦੀ ਗੱਲ ਹੈ ਜਿਹੜਾ ਕਣ ਕਣ ਵਿੱਚ ਰਮਿਆ ਹੈ। ਖਾਲਸਾ ਜੀ ਪਰਮਾਤਮਾ ਦੇ ਨਾਮ ਨੂੰ ਜਪਿਆ, ਪਰ ਹਰਨਾਕਸ਼ ਨੂੰ ਇਹ ਗੱਲ ਪਚੀ ਨਾ। ਤੇ ਜੋ ਧੰਨ ਗੁਰੂ ਅਮਰਦਾਸ ਜੀ ਨੇ ਕਿਹਾ ਨਾ ਕਿ ਉਹ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ, ਸੱਚਮੁੱਚ ਪ੍ਰਮਾਤਮਾ ਨੇ ਨਾਮ ਦੀ ਕਲਾ ਵਰਤਾਈ। ਕਹਿੰਦੇ ਭਗਤ ਪ੍ਰਹਿਲਾਦ ਦੇ ਹਿਰਦੇ 'ਚ ਭਰੋਸਾ ਸੀ ਨਾਮ ਪ੍ਰਤੀ। ਹਰਨਾਕਸ਼ ਨੇ ਸਜ਼ਾ ਸੁਣਾਈ ਕਦੇ ਪਹਾੜ ਤੋਂ ਗੇਰਨ ਦੀ, ਪਰ ਕਹਿੰਦੇ ਪ੍ਰਮਾਤਮਾ ਦੇ ਨਾਮ ਦੀ ਕਲਾ ਐਸੀ ਵਰਤੀ ਕਿ ਪਹਾੜ ਤੋਂ ਜਦੋਂ ਗੇਰਿਆ ਗਿਆ, ਭਗਤ ਪ੍ਰਹਿਲਾਦ ਦਾ ਭਾਰ ਰੂੰ ਵਰਗਾ ਹੋ ਗਿਆ, ਬਿਲਕੁਲ ਰੂੰ ਦੀ ਤਰ੍ਹਾਂ ਜ਼ਮੀਨ ਤੇ ਆ ਕਰਕੇ ਖੜੇ ਹੋ ਗਏ, ਤੇ ਪ੍ਰਮਾਤਮਾ ਦੇ ਨਾਮ ਨੇ ਕੁਝ ਵਿਗੜਨ ਨਾ ਦਿੱਤਾ। ਉਸ ਤੋਂ ਬਾਅਦ ਜੇ ਅੱਗ ਵਿੱਚ ਵੀ ਬਿਠਾਇਆ ਤਾਂ ਉੱਥੇ ਵੀ ਖਾਲਸਾ ਜੀ ਪ੍ਰਮਾਤਮਾ ਦੇ ਨਾਮ ਦੀ ਕਲਾ ਵਰਤੀ। ਅੱਗ ਨੇ ਆਪਣਾ ਸੁਭਾਅ ਬਦਲਿਆ ਤੇ ਪ੍ਰਮਾਤਮਾ ਦੇ ਪਿਆਰੇ ਭਗਤ ਪ੍ਰਹਿਲਾਦ ਨੂੰ ਤੱਤੀ ਵਾਹ ਵੀ ਨਾ ਲੱਗੀ। ਤਾਤੀ ਵਾਹ ਨਾ ਲੱਗ ਗਈ, ਪਾਰ ਬ੍ਰਹਮ ਸਰਣਾਈ, ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੈ ਨਾ ਪਾਈ। ਇਸ ਕਰਕੇ ਰੋਜ਼ਾਨਾ ਹੀ ਸੋਦਰਤ ਦੇ ਵਿੱਚ ਪੜ੍ਹਦੇ ਹਾਂ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਵੇਖੋ ਪ੍ਰਮਾਤਮਾ ਨੇ ਆਪਣੇ ਭਗਤ ਦੀ ਲਾਜ ਰੱਖੀ ਤੇ ਥੰਬ ਦੇ ਵਿੱਚੋਂ ਪ੍ਰਗਟ ਹੋ ਕਰਕੇ ਨਰਸਿੰਘ ਦਾ ਅਵਤਾਰ ਧਾਰਨ ਕਰਕੇ ਪ੍ਰਮਾਤਮਾ ਨੇ ਉਸ ਹੰਕਾਰੀ ਦਾ, ਉਸ ਦੁਸ਼ਟ ਦਾ ਨਾਸ਼ ਕਰ ਦਿੱਤਾ ਤੇ ਭਗਤ ਪ੍ਰਹਿਲਾਦ ਦੀ ਜੈ ਜੈਕਾਰ ਸਦੀਆਂ ਤੱਕ ਕਰਵਾ ਦਿੱਤੀ। ਸੋ ਇਸ ਕਰਕੇ ਗੁਰੂ ਅਮਰਦਾਸ ਜੀ ਕਹਿੰਦੇ ਨੇ, ਪ੍ਰਮਾਤਮਾ ਤੂੰ ਸਦਾ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ, ਜਿਸ ਤਰ੍ਹਾਂ ਤੂੰ ਭਗਤ ਪ੍ਰਹਿਲਾਦ ਦੀ ਲਾਜ ਰੱਖੀ ਹੈ। ਸੱਚ ਹੈ ਜੇ ਅੱਜ ਵੀ ਤੈਨੂੰ ਕੋਈ ਜਪ ਲਵੇ ਤੇ ਤੂੰ ਭਗਤ ਪ੍ਰਹਿਲਾਦ ਦੀ ਤਰ੍ਹਾਂ ਅੱਜ ਵੀ ਆਪਣੇ ਭਗਤਾਂ ਦੀ ਲਾਜ ਰੱਖਦਾ ਹੈ। ਖਾਲਸਾ ਜੀ, ਆਪਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਆ ਨਾ, ਹਾਜ਼ਰੀਆਂ ਭਰਦੇ ਆ, ਤੇ ਮੈਂ ਬੇਨਤੀ ਅਕਸਰ ਕਰਦਾ ਕਿ ਵੇਖੋ ਪਿਆਰ ਦੇ ਨਾਲ, ਭਰੋਸੇ ਦੇ ਨਾਲ, ਭਾਵਨਾ ਦੇ ਨਾਲ ਧੰਨ ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਕੇ ਵੇਖਿਓ। ਜੀਵਨ ਵਿੱਚ ਹਰ ਇੱਕ ਦੇ ਐਸਾ ਪਲ ਆਉਂਦਾ ਹੀ ਆਉਂਦਾ ਹੈ ਜਦੋਂ ਦੁਨੀਆ ਦੇ ਸਾਰੇ ਬੂਹੇ ਬੰਦ ਹੋ ਜਾਂਦੇ ਨੇ, ਦੁਨੀਆ ਦੇ ਸਾਰੇ ਰਿਸ਼ਤੇ ਨਾਤੇ ਸਾਥ ਛੱਡ ਦਿੰਦੇ ਨੇ। ਕਈ ਵਾਰ ਜੀਵਨ ਵਿੱਚ ਐਸਾ ਸਮਾਂ ਆਉਂਦਾ ਹੈ ਮੁਸ਼ਕਲ ਦਾ ਕਿ ਸਾਰੇ ਰਿਸ਼ਤੇ ਸਾਥ ਛੱਡ ਜਾਂਦੇ ਨੇ, ਦੁਨੀਆ ਦੇ ਸਾਰੇ ਬੂਹੇ ਬੰਦ ਹੋ ਜਾਂਦੇ ਨੇ। ਤੇ ਉਦੋਂ ਵੀ ਜੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਅਰਦਾਸ ਕਰ ਲਈਏ ਨਾ, ਦੁਨੀਆ ਦੇ ਸਾਰੇ ਰਿਸ਼ਤੇ ਤੇ ਤੇਰਾ ਸਾਥ ਛੱਡ ਸਕਦੇ ਨੇ, ਪਰ ਗੁਰੂ ਰਾਮਦਾਸ ਸੱਚਾ ਪਾਤਸ਼ਾਹ ਤੇਰੀ ਬਾਂਹ ਕਦੇ ਵੀ ਨਹੀਂ ਛੱਡੇਗਾ। ਦੁਨੀਆ ਦੇ ਸਾਰੇ ਬੂਹੇ ਬੰਦ ਹੋ ਸਕਦੇ ਆ, ਪਰ ਧੰਨ ਗੁਰੂ ਰਾਮਦਾਸ ਦੇ ਘਰ ਦਾ ਬੂਹਾ ਆਪਣੇ ਸਿੱਖ ਵਾਸਤੇ ਕਦੇ ਵੀ ਬੰਦ ਨਹੀਂ ਹੁੰਦਾ। ਇਹ ਹੈ
ਕਿ ਪ੍ਰਮਾਤਮਾ ਅੱਜ ਵੀ ਆਪਣੇ ਪਿਆਰਿਆਂ ਦੀ ਲਾਜ ਰੱਖਦਾ ਹੈ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਮਨ ਮੁਖ ਭਰਮ ਭੁਲਾਇਆ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਲਾਜ ਉਹਨਾਂ ਦੀ ਰੱਖੀ ਜਾਂਦੀ ਹੈ। ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜੀਉ, ਜਿਹੜੇ ਗੁਰੂ ਵੱਲ ਮੁਖ ਕਰਦੇ ਨੇ, ਗੁਰਮੁਖ ਬਣ ਜਾਂਦੇ ਨੇ, ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ, ਤੇ ਗੁਰੂ ਦੇ ਦੱਸੇ ਰਾਹ ਤੇ ਤੁਰ ਕਰਕੇ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਪਿਆਰ ਜਗਾਉਂਦੇ ਨੇ। ਦੁਨੀਆ ਦਾ ਪਿਆਰ ਨਹੀਂ, ਸੰਸਾਰ ਦਾ ਪਿਆਰ ਨਹੀਂ, ਬਲਕਿ ਪ੍ਰਮਾਤਮਾ ਦਾ ਪਿਆਰ ਹਿਰਦੇ ਵਿੱਚ ਜਗਾਉਂਦੇ ਨੇ। ਖਾਲਸਾ ਜੀ, ਪ੍ਰਮਾਤਮਾ ਪ੍ਰਤੀ ਪਿਆਰ ਪਤਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ? ਸਤਿਗੁਰੂ ਗੁਰੂ ਤੇਗ ਬਹਾਦਰ ਜੀ ਕਹਿੰਦੇ ਜਿਵੇਂ ਮੱਛਲੀ ਦਾ ਪਾਣੀ ਦੇ ਨਾਲ ਪਿਆਰ ਹੈ, ਪਰ ਮਾਫ ਕਰਨਾ ਬਹੁਤਾ ਲੋਕਾਂ ਦਾ ਪ੍ਰਮਾਤਮਾ ਨਾਲ ਪਿਆਰ ਹੁੰਦਾ ਹੈ ਇੱਕ ਪੰਛੀ ਦੀ ਤਰ੍ਹਾਂ। ਜਿਵੇਂ ਪੰਛੀ ਰੁੱਖ ਹਰਾ ਭਰਾ ਹੋਵੇ ਤੇ ਪੰਛੀ ਉਸ ਰੁੱਖ ਤੇ ਜਾ ਕੇ ਆਲਣਾ ਬਣਾਉਂਦੇ ਨੇ, ਉਸ ਰੁੱਖ ਤੇ ਜਾ ਕੇ ਆਪਣਾ ਘਰ ਬਣਾਉਂਦੇ ਨੇ, ਪਰ ਜੇ ਕਿਤੇ ਰੁੱਖ ਸੁੱਕ ਜਾਵੇ ਤੇ ਖਾਲਸਾ ਜੀ ਉਹ ਪੰਛੀ ਉਡਾਰੀ ਲਾ ਕਰਕੇ ਕਿਸੇ ਹੋਰ ਦਰਖਤ ਤੇ ਜਾ ਕੇ ਆਲਣਾ ਬਣਾ ਲੈਂਦੇ ਨੇ। ਪਰ ਜੇ ਕਿਸੇ ਟੋਭੇ ਸਰੋਵਰ ਦੇ ਵਿੱਚ ਮਛਲੀ ਹੋਵੇ, ਉੱਥੇ ਪਾਣੀ ਦੇ ਵਿੱਚ ਰਹਿ ਕੇ ਆਨੰਦ ਮਾਣਦੀ ਹੋਵੇ, ਪਾਣੀ ਸੁੱਕ ਜਾਵੇ, ਮਛਲੀ ਕਿਸੇ ਹੋਰ ਪਾਸੇ ਤਲਾਸ਼ ਵਿੱਚ ਨਹੀਂ ਜਾਂਦੀ, ਬਲਕਿ ਉੱਥੇ ਹੀ ਪਾਣੀ ਦੀ ਯਾਦ ਵਿੱਚ ਤੜਪ ਤੜਪ ਕੇ ਮਰ ਜਾਂਦੀ ਹੈ, ਆਪਣਾ ਘਰ ਨਹੀਂ ਬਦਲਦੀ। ਕਹਿੰਦੇ ਇਸ ਤਰ੍ਹਾਂ ਤੂੰ ਵੀ ਗੁਰੂ ਨੂੰ ਜੇ ਪਿਆਰ ਕਰਨਾ, ਪੰਛੀ ਵਰਗਾ ਪਿਆਰ ਨਾ ਕਰੀ ਵੀ ਸੁੱਖ ਮਿਲ ਗਿਆ ਤੇ ਗੁਰੂ ਘਰ ਜੇ ਇੱਕ ਵੀ ਜੀਵਨ ਵਿੱਚ ਦੁੱਖ ਆ ਗਿਆ ਤੇ ਗੁਰੂ ਦਾ ਬੂਹਾ ਛੱਡ ਦਿੱਤਾ। ਪਿਆਰ ਕਰਨਾ ਮਛਲੀ ਵਰਗਾ ਕਰੀ ਕਿ ਤੇਰੇ ਦਿਨ ਦੀ ਸ਼ੁਰੂਆਤ ਹੋਵੇ ਤੇ ਬਾਣੀ ਤੋਂ ਹੋਵੇ, ਤੇ ਜਿੱਦਣ ਨਿਤਨੇਮ ਦੀ ਬਾਣੀ ਜੀਵਨ ਵਿੱਚ ਨਾ ਹੋਵੇ ਤੇ ਤੇਰਾ ਹਿਰਦਾ ਵੀ ਮਛਲੀ ਦੀ ਤਰ੍ਹਾਂ ਤੜਪੇ ਤੇ ਕਵੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪ੍ਰੇਤੁਦ ਭਗਵੰਤਾ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਜਿਹੜੇ ਗੁਰਮੁਖ ਨੇ, ਗੁਰੂ ਦੇ ਦੱਸੇ ਰਾਹ ਤੇ ਤੁਰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਪ੍ਰਤੀ ਪ੍ਰਤੀਤ ਉਪਜਦੀ ਹੈ, ਤੇ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਦੇ ਨੇ ਪ੍ਰਮਾਤਮਾ ਉਹਨਾਂ ਦੀ ਲਾਜ ਰੱਖਦਾ ਹੈ। ਪਰ ਜਿਹੜੇ ਮਨਮੁਖ ਹੋ ਜਾਂਦੇ ਨੇ ਉਹ ਸਦਾ ਹੀ ਜੀਵਨ ਵਿੱਚ ਭਰਮ ਜਾਂਦੇ ਨੇ, ਭਟਕ ਜਾਂਦੇ ਨੇ, ਮਨਮੁਖਾਂ ਦੀ ਕੋਈ ਬਾਹ ਨਹੀਂ ਪਕੜਦਾ। ਹਰ ਜੀ ਇਹ ਤੇਰੀ ਵਡਿਆਈ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਨੇ ਹਰ ਜੀ ਇਹ ਤੇਰੀ ਵਡਿਆਈ, ਕਿ ਪ੍ਰਮਾਤਮਾ ਇਹ ਤੇਰੀ ਵਡਿਆਈ ਹੈ, ਤੇਰੀ ਦਿਆਲਤਾ ਹੈ, ਤੇਰੀ ਰਹਿਮਤ, ਤੇਰੀ ਬਖਸ਼ਿਸ਼ ਹੈ। ਭਗਤਾਂ ਕੀ ਪੈਜ ਰਖ ਤੂੰ ਸੁਆਮੀ, ਭਗਤ ਤੇਰੀ ਸਰਣਾਈ। ਪਰਮਾਤਮਾ ਤੇਰੀ ਵਡਿਆਈ ਕੀ ਹੈ? ਕਹਿੰਦੇ ਤੇਰੀ ਵਡਿਆਈ ਹੈ ਜਿਹੜਾ ਭਗਤ ਬਣ ਕੇ ਤੇਰੀ ਸ਼ਰਣੀ ਆ ਜਾਂਦਾ ਹੈ। ਪ੍ਰਮਾਤਮਾ ਤੂੰ ਉਹਦੀ ਪੈਜ ਰੱਖਦਾ ਹੈ, ਤੂੰ ਉਹਦੀ ਲਾਜ ਰੱਖਦਾ ਹੈ, ਤੂੰ ਦੁਨੀਆ ਦੇ ਉੱਤੇ ਉਹਦੀ ਪੱਤ ਰੱਖਦਾ ਹੈ। ਪਰ ਖਾਲਸਾ ਜੀ, ਪਰਮਾਤਮਾ ਦਾ ਭਗਤ ਹੋਣਾ ਹੀ ਤੇ ਕਠਨ ਹੈ। ਆਖਣ ਔਖਾ ਸਾਚਾ ਨਾਉ, ਸੱਚੇ ਨਾਮ ਨੂੰ ਜਪਣਾ, ਪਰਮਾਤਮਾ ਦਾ ਭਗਤ ਹੋਣਾ ਬਹੁਤ ਕਠਨ ਹੈ। ਤੇ ਭਗਤ ਦੇ 3 ਅੱਖਰ ਸਾਨੂੰ ਸਮਝਾਉਂਦੇ ਨੇ ਕਿ ਭਗਤ ਹੋਣ ਵਾਸਤੇ ਤੇਰੇ ਅੰਦਰ ਭਾਵਨਾ ਹੋਵੇ। ਭੱਬਾ ਅੱਖਰ ਇਹ ਦੱਸਦਾ ਹੈ, ਗੱਗਾ ਅੱਖਰ ਦੱਸਦਾ ਹੈ ਤੇਰੇ ਅੰਦਰ ਗੋਬਿੰਦ ਨੂੰ ਮਿਲਣ ਦੀ ਤੜਪ ਹੋਵੇ, ਤੇ ਤੱਤਾ ਅੱਖਰ ਦੱਸਦਾ ਹੈ ਕਿ ਤੇਰੇ ਅੰਦਰ ਵਕਾਰਾਂ ਦਾ, ਆਪਣੀ ਮਤ ਦਾ ਤਿਆਗ ਹੋਵੇ, ਤਾਂ ਜਾ ਕਰਕੇ ਤੂੰ ਪ੍ਰਮਾਤਮਾ ਦਾ ਭਗਤ ਬਣੇਗਾ। ਤੇ ਜਦੋਂ ਪ੍ਰਮਾਤਮਾ ਦਾ ਭਗਤ ਬਣ ਗਿਆ, ਫਿਰ ਜੀਵਨ ਦੇ ਵਿੱਚ ਹਰ ਥਾਈਂ ਪ੍ਰਮਾਤਮਾ ਤੇਰੀ ਸਹਾਇਤਾ ਕਰੇਗਾ। ਰਹਾਉ। ਵਿਸ਼ਰਾਮ ਦੇਂਦੇ ਹੋਏ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਹਨ। ਭਗਤਾਂ ਨੂੰ ਜਮ ਜੋਹੇ ਨਾ ਸਾਕੈ, ਕਾਲ ਨਾ ਨੇੜੇ ਜਾਈ। ਸਤਿਗੁਰੂ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਭਗਤ ਨੇ ਨਾ, ਉਹਨਾਂ ਨੂੰ ਜਮਦੂਤ ਤੇ ਮੌਤ ਰੂਪੀ ਕਾਲ ਇਹ ਕਦੇ ਵੀ ਉਹਨਾਂ ਨੂੰ ਖਤਮ ਨਹੀਂ ਕਰ ਸਕਦੇ, ਭਗਤ ਦੀ ਹਸਤੀ ਨਹੀਂ ਮਿਟਾ ਸਕਦੇ। ਖਾਲਸਾ ਜੀ, ਆਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਦਰਬਾਰ ਲੱਗਾ, ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣੇ ਦਰਬਾਰ ਦੇ ਵਿੱਚ ਸਿੱਖਾਂ ਨੂੰ ਇਹ ਪੁੱਛਦੇ ਨੇ ਕਿ ਸ਼ਕਤੀ ਵੱਡੀ ਹੈ ਕਿ ਭਗਤੀ ਵੱਡੀ ਹੈ।
ਕੋਈ ਕਹਿੰਦਾ ਜੀ ਸ਼ਕਤੀ ਵੱਡੀ ਹੈ। ਸਤਿਗੁਰੂ ਕਹਿੰਦੇ ਨਹੀਂ, ਸ਼ਕਤੀ ਨਹੀਂ ਬਲਕਿ ਪ੍ਰਮਾਤਮਾ ਦੀ ਭਗਤੀ ਵੱਡੀ ਹੈ। ਉਹਨਾਂ ਕਿਹਾ ਜੀ ਨਹੀਂ ਸ਼ਕਤੀ ਵੱਡੀ ਹੈ। ਸਤਿਗੁਰੂ ਕਹਿੰਦੇ ਸ਼ਕਤੀ ਨਹੀਂ, ਪ੍ਰਮਾਤਮਾ ਦੀ ਭਗਤੀ ਵੱਡੀ ਹੈ। ਸਿੱਖਾਂ ਨੇ ਬੇਨਤੀ ਕੀਤੀ ਜੀ ਕਿਸ ਤਰ੍ਹਾਂ? ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਰਾ ਇਹ ਦੱਸੋ, ਭਗਤ ਕਬੀਰ ਸਾਹਿਬ ਵੇਲੇ ਬਾਦਸ਼ਾਹ ਕੌਣ ਸੀ ਇਸ ਧਰਤੀ ਦਾ? ਜਦੋਂ ਬਾਦਸ਼ਾਹ ਬਾਰੇ ਪੁੱਛਿਆ ਗਿਆ ਸਭਨਾਂ ਦੇ ਚਿਹਰੇ ਉਹ ਥੱਲੇ ਨੂੰ ਝੁਕ ਗਏ, ਕੋਈ ਵੀ ਜਵਾਬ ਨਾ ਆਇਆ, ਕਿਸੇ ਨੂੰ ਬਾਦਸ਼ਾਹ ਦਾ ਨਾਮ ਨਹੀਂ ਸੀ ਪਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਗਤ ਕਬੀਰ ਸਾਹਿਬ ਬਾਰੇ ਕਿਸ ਕਿਸ ਨੂੰ ਪਤਾ ਹੈ? ਤੇ ਸਾਰੇ ਸਿੱਖਾਂ ਦੇ ਚਿਹਰੇ ਖਿੜ ਗਏ। ਸਭਨਾਂ ਨੇ ਜਵਾਬ ਦਿੱਤਾ ਕਿ ਭਗਤ ਸਾਹਿਬ ਬਾਰੇ ਹਰ ਇੱਕ ਸਿੱਖ ਜਾਣਦਾ। ਸਤਿਗੁਰੂ ਕਹਿੰਦੇ ਵੇਖੋ, ਇੱਕ ਪਾਸੇ ਭਗਤੀ ਹੈ, ਇੱਕ ਪਾਸੇ ਬਾਦਸ਼ਾਹ ਦੀ ਸ਼ਕਤੀ ਵੀ ਹੈ, ਪਰ ਵੇਖੋ ਜਿਹਦੇ ਮਹਿਲਾਂ ਦੇ ਵਿੱਚ ਲੱਖਾਂ ਘੋੜੇ ਹਿਣਕਦੇ ਨੇ, ਲੱਖਾਂ ਹਾਥੀ ਚੰਗਾੜਦੇ ਨੇ, ਜਿਹਦੇ ਨਾਮ ਦਾ ਡੰਕਾ ਨਰਮਦਾ ਤੋਂ ਲੈ ਕੇ ਕਾਬਲ ਕੰਧਾਰ ਤੱਕ ਵੱਜਦਾ ਹੈ, ਉਸ ਬਾਦਸ਼ਾਹ ਦਾ ਕੋਈ ਨਾਮ ਅੱਜ ਨਹੀਂ ਜਾਣਦਾ, ਪਰ ਭਗਤ ਕਬੀਰ ਦੇ ਨਾਮ ਦਾ ਡੰਕਾ ਅੱਜ ਵੀ ਦੁਨੀਆ ਦੇ ਤਖਤੇ ਤੇ ਵੱਜ ਰਿਹਾ ਹੈ। ਸਤਿਗੁਰੂ ਕਹਿੰਦੇ ਭਾਈ ਇਸ ਕਰਕੇ ਭਗਤੀ ਵੱਡੀ ਹੈ, ਕਿਉਂਕਿ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਦੀ ਹਸਤੀ ਕੋਈ ਮਿਟਾ ਨਹੀਂ ਸਕਦਾ। ਉਹ ਜੁਗੋ ਜੁਗ ਅਟਲ ਰਹਿੰਦੇ ਨੇ, ਮੌਤ ਵੀ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦੀ। ਖਾਲਸਾ ਜੀ ਦਿੱਲੀ ਦੀ ਧਰਤੀ ਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲ ਦਾਸ ਜੀ, ਉਹਨਾਂ ਨੂੰ ਮਕਾਉਣ ਦੇ ਯਤਨ ਕੀਤੇ, ਪਰ ਜਿਸ ਬਾਦਸ਼ਾਹ ਔਰੰਗੇ ਨੇ ਉਹਨਾਂ ਨੂੰ ਮਕਾਉਣਾ ਚਾਹਿਆ, ਆਪ ਸਾਰੇ ਜਾਣਦੇ ਹੋ, ਨਾ ਉਸ ਬਾਦਸ਼ਾਹ ਨੂੰ ਅੱਜ ਕੋਈ ਪੁੱਛਦਾ, ਨਾ ਔਰੰਗੇ ਦਾ ਕੋਈ ਨਾਮ ਲੈਂਦਾ, ਪਰ ਉਸੇ ਤਖਤ ਦੇ ਸਾਹਮਣੇ ਗੁਰੂ ਕੇ 3 ਸਿੱਖ, ਉਹਨਾਂ ਦੇ ਸ਼ਹੀਦੀ ਅਸਥਾਨ ਤੇ ਲੱਖਾਂ ਹੀ ਸੰਗਤਾਂ ਜਾ ਕੇ ਝੁਕਦੀਆਂ ਨੇ। ਉਹਨਾਂ ਦੀ ਅੱਜ ਵੀ ਜੈ ਜੈਕਾਰ ਹੋ ਰਹੀ ਹੈ। ਇਹ ਹੈ ਪਰਮਾਤਮਾ ਦੇ ਪਿਆਰਿਆਂ ਦੀ ਕੋਈ ਹਸਤੀ ਮਿਟਾ ਨਹੀਂ ਸਕਦਾ। ਹੋ ਸਕਦਾ ਹੈ ਇੱਕ ਵਾਰ ਕਿਤੇ ਮੁਸ਼ਕਲਾਂ ਦਾ, ਅੜਚਨਾਂ ਦਾ ਸਾਹਮਣਾ ਕਰਨਾ ਪਵੇ, ਸੰਘਰਸ਼ ਕਰਨਾ ਪਵੇ, ਪਰ ਪ੍ਰਮਾਤਮਾ ਦੇ ਪਿਆਰੇ ਸੰਘਰਸ਼ ਕਰਕੇ ਵੀ ਸਦਾ ਜੇਤੂ ਹੀ ਹੁੰਦੇ ਨੇ, ਕਦੇ ਹਾਰਦੇ ਨਹੀਂ। ਤੇ ਮੈਂ ਇੱਕ ਅੱਜ ਬੇਨਤੀ ਕਰਨੀ ਚਾਹੁੰਦਾ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੇਖੋ ਦਸਖਤ ਮੁਹਿੰਮ ਚਲਾਈ ਜਾ ਰਹੀ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਉਹਨਾਂ ਮਰਜੀਵੜੇ ਸਿੱਖਾਂ ਵਾਸਤੇ ਜਿਨ੍ਹਾਂ ਆਪਣੀਆਂ ਜਵਾਨੀਆਂ ਗੁਰੂ ਪੰਥ ਦੇ ਲੇਖੇ ਲਾਈਆਂ। ਤੇ ਸਮੁੱਚੇ ਗੁਰੂ ਖਾਲਸਾ ਪੰਥ ਨੂੰ, ਗੁਰੂ ਕੀ ਸੰਗਤ ਨੂੰ ਚਾਹੀਦਾ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ, ਕਿਉਂਕਿ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੇ ਬਚਨ ਸਨ ਬੁੱਢਾ ਦਲ ਦੇ ਚੌਥੇ ਮੁਖੀ ਦੇ ਕਿ ਮਿਸਲ ਵੰਡ ਅਬ ਕਬੂ ਨਾ ਪਾਵੋਂ, ਰਲ ਮਿਲ ਤੁਰਕੜ ਪੰਥ ਬਚਾਵੋਂ। ਜਦੋਂ ਪੰਥ ਤੇ ਗੱਲ ਬਣ ਜਾਵੇ ਫਿਰ ਆਪਸੀ ਧੜਿਆਂ ਤੋਂ, ਆਪਸੀ ਵੰਡੀਆਂ ਤੋਂ ਉਤਾਂ ਉੱਠ ਕਰਕੇ ਇੱਕ ਪੰਥ ਦੇ ਨਿਸ਼ਾਨ ਦੀ ਤਾਬਿਆ ਤੇ ਚੱਲਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਖਾਲਸਾ ਜੀ ਇਸ ਕਰਕੇ ਅੱਜ ਸਾਨੂੰ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਇਹ ਦਸਖਤ ਨਹੀਂ ਬਲਕਿ ਇਹ ਕੇਵਲ ਇੱਕ ਹਾ ਦਾ ਨਾਰਾ ਹੈ। ਤੇ ਚੇਤੇ ਰੱਖੋ ਸਰਹੰਦ ਦੇ ਵਿੱਚ ਉਸ ਨਵਾਬ ਨੇ ਹਾ ਦਾ ਨਾਰਾ ਮਾਰਿਆ, ਗੁਰੂ ਨੇ ਉਹਨਾਂ ਦੀ ਜੜ ਰੱਖ ਲਈ। ਅੱਜ ਜਿਹੜਾ ਵੀ ਗੁਰੂ ਕਾ ਸਿੱਖ ਬੰਦੀ ਸਿੰਘਾਂ ਵਾਸਤੇ ਹਾ ਦਾ ਨਾਰਾ ਮਾਰੇਗਾ, ਕਲਗੀਆਂ ਵਾਲਾ ਉਸ ਸਿੱਖ ਦੀ ਜੜ ਦੁਨੀਆ ਤੇ ਜ਼ਰੂਰ ਰੱਖੇਗਾ। ਤੇ ਇੱਕ ਹੋਰ ਬੇਨਤੀ ਕਰਾਂ ਕਿ ਖਾਲਸੇ ਨੂੰ ਕੋਈ ਬੰਦੀ ਬਣਾ ਨਹੀਂ ਸਕਦਾ। ਇਹ ਠੀਕ ਹੈ ਸੰਘਰਸ਼ ਕਰਨਾ ਪੈ ਰਿਹਾ, ਪਰ ਜਿਨ੍ਹਾਂ ਹਕੂਮਤਾਂ ਦੇ ਰਾਜ ਵਿੱਚ ਖਾਲਸਾ ਸੰਘਰਸ਼ ਕਰਦਾ ਹੈ ਉਹ ਹਕੂਮਤਾਂ ਤੇ ਬਹੁਤੀ ਦੇਰ ਨਹੀਂ ਰਹਿੰਦੀਆਂ, ਪਰ ਖਾਲਸੇ ਦੇ ਰਾਜ ਦਾ ਨਿਸ਼ਾਨ ਉਹ ਸਦਾ ਹੀ ਦੁਨੀਆ ਭਰ ਦੇ ਵਿੱਚ ਝੁਲਦਾ ਹੀ ਰਹਿੰਦਾ ਹੈ। ਸੋ ਇਸ ਮੁਹਿੰਮ ਦੇ ਵਿੱਚ ਜਾਂ ਗੁਰਦੁਆਰਾ ਅੰਬ ਸਾਹਿਬ ਵੀ ਸੰਘਰਸ਼ ਚੱਲ ਰਿਹਾ, ਇਹਨਾਂ ਵਿੱਚ ਯੋਗਦਾਨ ਪਾ ਕਰਕੇ ਪੰਥ ਦੇ ਭਲੇ ਦੇ ਕਾਰਜਾਂ ਵਿੱਚ ਜੁੜੀਏ। ਸੁਖ ਰਹੋ ਵਿਚਾਰ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਪਿਆਰੇ ਨੇ ਨਾ, ਉਹਨਾਂ ਦਾ ਮੌਤ ਵੀ ਕੁਝ ਵਿਗਾੜ ਨਹੀਂ ਸਕਦੀ। ਕੇਵਲ RAM ਨਾਮ ਮਨ ਵਸਿਆ, ਨਾਮੇ ਹੀ ਮੁਕਤ ਪਾਈ। ਉਹਦਾ ਕਾਰਨ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਨੇ ਪਰਮਾਤਮਾ ਦੇ ਪਿਆਰਿਆਂ ਦਾ ਮੌਤ ਇਸ ਕਰਕੇ ਕੁਝ ਨਹੀਂ ਵਿਗਾੜਦੀ ਕਿਉਂਕਿ ਉਹਨਾਂ ਦੇ ਮਨ ਵਿੱਚ ਕੇਵਲ ਪਰਮਾਤਮਾ ਦਾ ਨਾਮ ਵਸਿਆ ਹੁੰਦਾ ਹੈ। ਤੇ ਪਰਮਾਤਮਾ ਦਾ ਨਾਮ ਜਿਹਦੇ ਹਿਰਦੇ ਵਿੱਚ ਵਸ ਜਾਵੇ
ਉਹ ਦੁਨੀਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਰਿੱਧ ਸਿੱਧ ਸਭ ਭਗਤਾਂ ਚਰਣੀ ਲਾਗੀ, ਗੁਰ ਕੈ ਸਹਿਜ ਸੁਭਾਈ। ਅਤੇ ਜਿਤਨੀਆਂ ਵੀ ਰਿੱਧੀਆਂ ਸਿੱਧੀਆਂ ਨਵ ਨਿਧੀ 18 ਸਿੱਧੀ ਪਾਛੈ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਈ। ਇਹ ਰਿੱਧੀਆਂ ਸਿੱਧੀਆਂ ਸਦਾ ਭਗਤਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੀਆਂ। ਆਪ ਸਭ ਗੁਰੂ ਰਾਮਦਾਸ ਜੀ ਦੇ ਅਸਥਾਨ ਤੇ ਹਾਜ਼ਰੀ ਭਰ ਰਹੇ ਹੋ, ਇੱਥੇ ਭਾਵਨਾ ਨਾਲ ਵੇਖਿਆ ਕਰੋ। ਇਹ ਸੰਗਤਾਂ ਦੇ ਚਰਨ ਧੂੜੀ ਦੇ ਵਿੱਚ ਵੀ ਲੱਖਾਂ ਹੀ ਰਿੱਧੀਆਂ ਸਿੱਧੀਆਂ ਭਟਕ ਰਹੀਆਂ। ਇੱਥੇ ਲੱਖਾਂ ਰਿੱਧੀਆਂ ਸਿੱਧੀਆਂ ਗੁਰੂ ਰਾਮਦਾਸ ਦੇ ਚਰਨ ਪਰਸ ਰਹੀਆਂ। ਖਾਲਸਾ ਜੀ ਸ੍ਰੀ ਹਰਮੰਦਰ ਦਰਸ਼ਨ ਕਿਤਾਬ ਦੇ ਅੰਦਰ ਡਾਕਟਰ ਸਰੂਪ ਸਿੰਘ ਲਿਖਦੇ ਨੇ ਕਿ 1980 ਦੇ ਨਜ਼ਦੀਕ ਅੰਮ੍ਰਿਤ ਵੇਲੇ ਇੱਕ ਦਿਨ ਹਰਮੰਦਰ ਸਾਹਿਬ ਦਰਸ਼ਨ ਕਰਨ ਦਾ ਸੁਭਾਗ ਮਿਲਿਆ। ਕੀਰਤਨ ਹੋ ਰਿਹਾ ਸੀ, ਨਵ ਨਿਧੀ 18 ਸਿੱਧੀ ਪਾਛੈ ਲੱਗੀਆਂ ਫਿਰੈ, ਜੋ ਹਰ ਹਿਰਦੈ ਸਦਾ ਵਸਾਈ। ਮਨ ਵਿੱਚ ਆਇਆ ਕਿ ਇਹ ਸੱਚਮੁੱਚ ਇਸ ਤਰ੍ਹਾਂ ਹੋ ਸਕਦਾ ਹੈ, ਜਿਹੜਾ ਪ੍ਰਮਾਤਮਾ ਦੇ ਨਾਮ ਨੂੰ ਮਨ ਵਿੱਚ ਵਸਾਵੇ ਤੇ ਉਹਦੇ ਮਗਰ ਮਗਰ ਰਿੱਧੀਆਂ ਸਿੱਧੀਆਂ ਦੌੜਨ ਲੱਗ ਜਾਣ। ਜਿਨ੍ਹਾਂ ਰਿੱਧੀਆਂ ਸਿੱਧੀਆਂ ਮਗਰ ਦੇਵੀ ਦੇਵਤੇ ਤੇ ਵੱਡੇ ਵੱਡੇ ਸਿੱਧ ਮੁਨੀਸ਼ਰ ਤਪੀਸ਼ਰ ਦੌੜਦੇ ਰਹੇ। ਕਹਿੰਦੇ ਇਤਨੇ ਨੂੰ ਡਾਕਟਰ ਸਾਹਿਬ ਦੀ ਨਿਗਾਹ ਇੱਕ ਬਜ਼ੁਰਗ ਵੱਲ ਪਈ। ਉਸ ਬਜ਼ੁਰਗ ਨੇ ਪਾਟਾ ਹੋਇਆ ਕੁੜਤਾ ਪਾਇਆ। ਉਸ ਕੁੜਤੇ ਦੇ ਉੱਤੇ ਕੁੱਲ 11 ਟਾਕੀਆਂ ਲੱਗੀਆਂ ਹੋਈਆਂ ਸੀ। ਇਹਨਾਂ ਦੇ ਮਨ ਵਿੱਚ ਆਇਆ ਉਸ ਬਜ਼ੁਰਗ ਨੂੰ ਵੇਖ ਕੇ ਕਿ ਕਿੰਨਾ ਖੁੱਭ ਕੇ ਕੀਰਤਨ ਸੁਣ ਰਿਹਾ ਹੈ। ਉਹਨਾਂ ਦੇ ਨੇਤਰ ਝੁਕੇ ਹੋਏ ਸਨ। ਜਦੋਂ ਕੀਰਤਨ ਸੁਣ ਰਹੇ ਸਨ, ਨੇਤਰਾਂ ਦੇ ਵਿੱਚੋਂ ਲਗਾਤਾਰ ਜਲ ਵਹਿ ਰਿਹਾ ਸੀ। ਖੁੱਭ ਕੇ ਕੀਰਤਨ ਸੁਣ ਰਹੇ ਸਨ, ਆਲਾ ਦੁਆਲਾ ਵੀ ਭੁੱਲ ਚੁੱਕੇ ਸਨ। ਤੇ ਡਾਕਟਰ ਸਾਹਿਬ ਦੇ ਮਨ ਵਿੱਚ ਆਇਆ ਕਿ ਜਦੋਂ ਕੀਰਤਨ ਸਮਾਪਤ ਹੋਵੇਗਾ ਨਾ, ਮੈਂ ਇਹਨਾਂ ਨੂੰ ਕੁੜਤਾ ਦਵਾ ਦਿਆਂਗਾ। ਇਹਨਾਂ ਦੇ ਕੁੜਤੇ ਤੇ ਟਾਕੀਆਂ ਲੱਗੀਆਂ, ਕੀਰਤਨ ਸੁਣ ਰਹੇ ਨੇ, ਪਰਮਾਤਮਾ ਦੇ ਪਿਆਰੇ ਨੇ, ਤੇ ਟਾਕੀਆਂ ਵਾਲਾ ਕੁੜਤਾ ਚੰਗਾ ਨਹੀਂ ਲੱਗਦਾ। ਡਾਕਟਰ ਸਾਹਿਬ ਕਹਿੰਦੇ ਮੇਰਾ ਧਿਆਨ ਕੀਰਤਨ ਤੋਂ ਖੜ ਗਿਆ, ਉਸ ਬਜ਼ੁਰਗ ਵੱਲ ਟਿਕ ਗਿਆ ਕਿ ਜਦੋਂ ਬਜ਼ੁਰਗ ਉੱਠੇਗਾ ਮੈਂ ਜਾ ਕੇ ਇਹਦੇ ਨਾਲ ਮੁਲਾਕਾਤ ਕਰਾਂਗਾ। ਕਹਿੰਦੇ 5:30 ਹੋ ਗਏ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਆ ਗਏ। ਹੁਕਮਨਾਮਾ ਸਾਹਿਬ ਹੋ ਗਿਆ, ਅਰਦਾਸ ਹੋ ਗਈ, ਪਰ ਉਹ ਬਜ਼ੁਰਗ ਨਹੀਂ ਉੱਠੇ। ਉਹ ਕੀਰਤਨ ਵਿੱਚ ਖੁੱਭੇ ਹੋਏ ਸਨ। ਕਹਿੰਦੇ ਬਾਅਦ ਵਿੱਚ ਮੈਂ ਮਨ ਵਿੱਚ ਫੁਰਨਾ ਜਗਾਇਆ ਕਿ ਜੇ ਤਾਂ 6 ਵਜੇ ਤੱਕ ਉੱਠ ਗਏ ਤਾਂ ਠੀਕ ਹੈ, ਨਹੀਂ ਤਾਂ ਫਿਰ ਮੈਂ ਵੀ ਚਾਲਾ ਪਾ ਦਿਆਂਗਾ। ਪਰ ਕਹਿੰਦੇ ਠੀਕ 6 ਵਜੇ ਉਹ ਬਜ਼ੁਰਗ ਖੜੇ ਹੋਏ, ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਬਾਹਰ ਨੂੰ ਨਿਕਲੇ ਤੇ ਡਾਕਟਰ ਸਾਹਿਬ ਮਗਰੇ ਚਲੇ ਗਏ। ਤੇ ਜਾ ਕਰਕੇ ਕੋਲ ਜਾ ਕੇ ਜਦੋਂ ਫਤਿਹ ਬੁਲਾਉਣ ਲੱਗੇ ਹਰ ਕੀ ਪੌੜੀ ਦੇ ਕੋਲ, ਉਸ ਬਜ਼ੁਰਗ ਨੇ ਘੁੰਮ ਕੇ ਕਿਹਾ, ਆਓ ਦਾਨੀ ਪੁੱਤਰਾ, ਲਿਆ ਛੇਤੀ ਕਰ ਮੈਨੂੰ ਕੁੜਤਾ ਦਵਾ ਦੇ। ਨਾ ਤੂੰ ਕੀਰਤਨ ਸੁਣਿਆ ਤੇ ਨਾ ਮੈਨੂੰ ਕੀਰਤਨ ਸੁਣਨ ਦਿੱਤਾ ਈ। ਡਾਕਟਰ ਸਾਹਿਬ ਕਹਿੰਦੇ ਮੈਂ ਖਾਮੋਸ਼ ਹੋ ਗਿਆ। ਮੇਰਾ ਰੋਮ ਰੋਮ ਖਿੜ ਗਿਆ ਕਿ ਇਹਨਾਂ ਨੂੰ ਪਹਿਲਾਂ ਕਿਵੇਂ ਪਤਾ ਲੱਗ ਗਿਆ। ਤੇ ਉਸ ਬਜ਼ੁਰਗ ਨੇ ਕਿਹਾ ਇਹ ਗੁਰੂ ਰਾਮਦਾਸ ਦਾ ਘਰ ਹੈ। ਗੁਰੂ ਰਾਮਦਾਸ ਦੇ ਘਰ ਦੇ ਕੂਕਰਾਂ ਦੇ ਵਿੱਚ ਵੀ ਕਰਾਮਾਤਾਂ ਵਰਤਦੀਆਂ ਨੇ। ਇੱਥੇ ਆ ਕੇ ਕਦੇ ਵੀ ਮਨ ਵਿੱਚ ਨਹੀਂ ਸੋਚਣਾ ਕਿ ਬਾਣੀ ਦੇ ਬਚਨ ਸੱਚ ਵੀ ਹੋਣਗੇ ਕਿ ਨਹੀਂ। ਇੱਥੇ ਜਿਹੜਾ ਵੀ ਗੁਰੂ ਰਾਮਦਾਸ ਦੇ ਘਰ ਵਿੱਚ ਆ ਕੇ ਸੇਵਾ ਕਰਦਾ ਹੈ, ਭਾਂਡੇ ਮਾਂਜਦਾ ਹੈ, ਜੋੜੇ ਘਰ ਦੀ ਸੇਵਾ ਕਰਦਾ ਹੈ, ਖਾਲਸਾ ਜੀ ਜਿਹੜੀ ਦਾਤ ਦੁਨੀਆ ਦੇ ਕਿਸੇ ਤਖਤ ਤੋਂ ਨਹੀਂ ਮਿਲ ਸਕਦੀ, ਚੇਤੇ ਰੱਖਿਓ ਉਹ ਦਾਤ ਗੁਰੂ ਰਾਮਦਾਸ ਦੇ ਚਰਨਾਂ ਦੀ ਧੂੜੀ ਦੇ ਵਿੱਚੋਂ ਮਿਲ ਜਾਵੇਗੀ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਕਿ ਹਰਮੰਦਰ ਸਾਹਿਬ ਆਓ ਤੇ ਇੱਥੋਂ ਦੀ ਚਰਨ ਧੂੜੀ ਆਪਣੇ ਮਸਤਕ ਨਾਲ ਲਾਇਓ। ਪੁੱਛਿਆ ਜੀ ਕਿਉਂ? ਕਹਿੰਦੇ ਹਰਮੰਦਰ ਸਾਹਿਬ ਦੇ ਸੰਗਤ ਦੇ ਚਰਨਾਂ ਦੀ ਧੂੜੀ ਦਾ ਮੁਕਾਬਲਾ ਮੌਕੇ ਦੀ ਦੌਲਤ, ਮੌਕੇ ਦਾ ਸੋਨਾ ਵੀ ਨਹੀਂ ਕਰ ਸਕਦਾ। ਕਿਉਂ? ਭਾਈ ਸਾਹਿਬ ਕਹਿੰਦੇ ਕੋਈ ਸੋਨਾ ਤਨ ਨਾਲ ਲਾਵੇ, ਸੋਨਾ ਕਦੇ ਮਾੜੇ ਕਰਮ ਨਹੀਂ ਮੇਟਦਾ। ਸੋਨਾ ਕੋਈ ਤਨ ਨਾਲ ਲਾਵੇ, ਸੋਨਾ ਕਦੇ ਦੁੱਖ ਖਤਮ ਨਹੀਂ ਕਰਦਾ, ਤਕਲੀਫ ਖਤਮ ਨਹੀਂ ਕਰਦਾ। ਪਰ ਭਾਵਨਾ ਨਾਲ ਗੁਰੂ ਰਾਮਦਾਸ ਦੇ ਚਰਨਾਂ ਦੀ ਧੂੜੀ ਮੱਥੇ ਨਾਲ ਲਾਇਓ। ਗੁਰੂ ਰਾਮਦਾਸ ਦੇ ਚਰਨਾਂ ਦੀ ਧੂੜੀ ਮਾੜੇ ਤੋਂ ਮਾੜਾ ਕਰਮ ਵੀ ਮੇਟਦੀ ਹੈ ਤੇ ਵੱਡੇ ਤੋਂ ਵੱਡਾ ਦੁੱਖ ਵੀ ਕੱਟ ਦਿੰਦੀ ਹੈ। ਇਹ ਹੈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਘਰ ਦੀ ਬਖਸ਼ਿਸ਼ ਕਿ ਜਿਹੜਾ ਵੀ ਆ ਕੇ ਜਪਦਾ ਹੈ, ਖਾਲਸਾ ਜੀ ਨਾਮ ਦੀ ਬਰਕਤ ਹੁੰਦੀ ਹੈ। ਜਿਹੜਾ ਨਾਮ ਨੂੰ ਜਪਦਾ ਹੈ
ਰਿੱਧੀਆਂ ਸਿੱਧੀਆਂ ਉਹਨਾਂ ਦੇ ਚਰਨਾਂ ਦੇ ਵਿੱਚ ਹੁੰਦੀਆਂ ਨੇ। ਮਨ ਮੁਖਾਂ ਨੋ ਪਰਤੀਤ ਨਾ ਆਵੀ, ਅੰਤਰ ਲੋਭ ਸੁਆਉ। ਪਰ ਜਿਹੜੇ ਮਨਮੁਖ ਨੇ, ਜਿਹੜੇ ਕਲਯੁਗੀ ਬਿਰਤੀ ਵਾਲੇ ਨੇ, ਉਹਨਾਂ ਦੇ ਅੰਦਰ ਇਹ ਭਰੋਸਾ ਨਹੀਂ ਹੁੰਦਾ, ਉਹ ਹਮੇਸ਼ਾ ਸ਼ੰਕਿਆਂ ਵਿੱਚ ਹੀ ਉਲਝੇ ਰਹਿੰਦੇ ਨੇ। ਇਸੇ ਕਰਕੇ ਆਪਾਂ ਰੋਜ਼ ਅਰਦਾਸ ਵਿੱਚ ਮੰਗਦੇ ਹਾਂ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਕਿ ਸਿੱਖ ਵਾਸਤੇ ਜੇ ਸਿੱਖੀ ਕਮਾਉਣੀ ਜ਼ਰੂਰੀ ਹੈ, ਸਿੱਖੀ ਵੀ ਤਾਂ ਹੀ ਕਮਾਈ ਜਾਵੇਗੀ ਜੇ ਸਿੱਖ ਦੇ ਹਿਰਦੇ ਦੇ ਅੰਦਰ ਭਰੋਸਾ ਵੀ ਹੈ। ਸੋ ਇਸ ਕਰਕੇ ਜਿਹੜੇ ਮਨਮੁਖ ਹੁੰਦੇ ਨੇ ਉਹ ਸ਼ੰਕਿਆਂ ਦੇ ਵਿੱਚ ਉਲਝ ਜਾਂਦੇ ਨੇ ਤੇ ਸਦਾ ਹੀ ਵਿਸ਼ਿਆਂ ਵਕਾਰਾਂ ਵਿੱਚ ਉਲਝੇ ਰਹਿੰਦੇ ਨੇ, ਗੁਰੂ ਦੀ ਬਖਸ਼ਿਸ਼ ਤੋਂ ਵਾਂਝੇ ਰਹਿ ਜਾਂਦੇ ਨੇ। ਗੁਰਮੁਖ ਹਿਰਦੈ ਸ਼ਬਦ ਨਾ ਭੇਦਿਓ, ਹਰ ਨਾਮ ਨ ਲਾਗਾ ਭਾਉ। ਨਾ ਤਾਂ ਗੁਰੂ ਵੱਲ ਮੁਖ ਕਰਕੇ ਗੁਰੂ ਦੀ ਮੱਤ ਨੂੰ ਧਾਰਨ ਕਰਦੇ ਨੇ, ਨਾ ਹੀ ਸ਼ਬਦ ਵਿੱਚ ਅਭੇਦ ਹੁੰਦੇ ਨੇ, ਤੇ ਨਾ ਹੀ ਉਹਨਾਂ ਦਾ ਮਨ ਕਦੇ ਗੁਰੂ ਕੇ ਕੀਰਤਨ ਦੇ ਵਿੱਚ, ਗੁਰੂ ਕੀ ਬਾਣੀ ਵਿੱਚ ਜੁੜਦਾ ਹੈ ਮਨਮੁਖਾਂ ਦਾ। ਕੂੜ ਕਪਟ ਪਾਜ ਲਹਿ ਜਾਸੀ, ਮਨ ਮੁਖ ਫੀਕਾ ਅਲਾਉ। ਮਨਮੁਖ ਭਾਵੇਂ ਬਾਹਰੋਂ ਆਪਣੇ ਆਪ ਨੂੰ ਧਰਮੀ ਬਣਦਾ ਵੀ ਹੋਵੇ, ਪਰ ਕਹਿੰਦੇ ਜਦੋਂ ਬੋਲੇਗਾ ਐਸੇ ਫਿੱਕੇ ਬੋਲ ਬੋਲੇਗਾ ਕਿ ਸ਼ਰਧਾ ਵਾਲਿਆਂ ਦੇ ਹਿਰਦਿਆਂ ਦੇ ਵਿੱਚ ਵੀ ਫਿੱਕਾਪਣ ਪਾ ਦੇਵੇਗਾ। ਅੱਜ ਆਪਾਂ ਵੇਖਦੇ ਆ ਨਾ ਕਿ ਕਈ ਆਪਣੇ ਆਪ ਨੂੰ ਗੁਰੂ ਕੇ ਪ੍ਰਚਾਰਕ ਕਹਿਲਾ ਕੇ ਵੀ ਗੁਰੂ ਘਰ ਦੀਆਂ ਕਰਾਮਾਤਾਂ ਰਹਿਮਤਾਂ ਤੇ ਸ਼ੰਕਾ ਕਰੀ ਜਾਂਦੇ ਨੇ, ਗੁਰੂ ਘਰ ਦੀਆਂ ਸੰਪਰਦਾਵਾਂ ਤੇ ਸ਼ੰਕਾ ਕਰੀ ਜਾਂਦੇ ਨੇ। ਕਹਿਣਗੇ ਆਪਣੇ ਆਪ ਨੂੰ ਗੁਰੂ ਵਾਲੇ, ਪਰ ਗੁਰੂ ਤੇ ਉਹਨਾਂ ਦਾ ਇੱਕ ਖਿਣ ਵੀ ਭਰੋਸਾ ਨਹੀਂ ਟਿਕਦਾ। ਸਤਿਗੁਰੂ ਕਹਿੰਦੇ ਜਿਹੜੇ ਇਹੋ ਜਿਹੇ ਮਨਮੁਖ ਨੇ, ਉਹਨਾਂ ਦਾ ਫਿਰ ਜਿਹੜਾ ਪਰਦਾ ਹੁੰਦਾ ਹੈ, ਉਹਨਾਂ ਦੇ ਬੋਲਣ ਦੇ ਨਾਲ ਉਹ ਪਰਦਾ ਵੀ ਲੈ ਜਾਂਦਾ ਹੈ। ਭਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ, ਭਗਤੀ ਹੂੰ ਤੂੰ ਜਾਤਾ। ਪਰ ਜਿਹੜੇ ਭਗਤ ਹੁੰਦੇ ਨੇ, ਭਗਤਾਂ ਦੇ ਵਿੱਚ ਪ੍ਰਮਾਤਮਾ ਆਪ ਵਰਤਦਾ ਹੈ, ਅਕਾਲ ਪੁਰਖ ਵਾਹਿਗੁਰੂ ਆਪ ਬੋਲਦਾ ਹੈ। ਜਿਹੜੇ ਪ੍ਰਮਾਤਮਾ ਨੂੰ ਜਪਦੇ ਨੇ ਉਹ ਕੋਈ ਵੀ ਬਚਨ ਕਰਨ, ਉਹ ਆਪ ਨਹੀਂ ਕਰਦੇ, ਉਹਨਾਂ ਵਿੱਚੋਂ ਪ੍ਰਮਾਤਮਾ ਆਪ ਬਖਸ਼ਿਸ਼ ਕਰਦਾ ਹੈ। ਕਿਉਂ? ਕਿਉਂਕਿ ਉਹਨਾਂ ਦੇ ਹਿਰਦੇ ਦੇ ਅੰਦਰ ਭਗਤੀ ਟਿਕੀ ਹੈ। ਖਾਲਸਾ ਜੀ 9 ਪ੍ਰਕਾਰ ਦੀ ਭਗਤੀ ਹੈ। ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਪਾਦ ਸੇਵਨ ਭਗਤੀ, ਅਰਚਨ ਭਗਤੀ, ਬੰਦਨਾ ਭਗਤੀ, ਸਖੀ ਭਾਵ ਭਗਤੀ, ਦਾਸ ਭਾਵ ਭਗਤੀ ਤੇ ਆਤਮ ਸਮਰਪਣ ਭਗਤੀ। ਪਹਿਲੀ ਭਗਤੀ ਸਰਵਣ ਭਗਤੀ, ਗੁਰੂ ਘਰ ਆ ਕੇ ਕੀਰਤਨ ਸੁਣਨਾ, ਇਹ ਵੀ ਇੱਕ ਭਗਤੀ ਹੈ। ਦੂਸਰੀ ਹੈ ਕੀਰਤਨ ਭਗਤੀ, ਗੁਰੂ ਘਰ ਆ ਕੇ ਕੀਰਤਨ ਕਰਨਾ, ਇਹ ਵੀ ਇੱਕ ਭਗਤੀ ਹੈ। ਤੀਸਰੀ ਹੈ ਸਿਮਰਨ ਭਗਤੀ, ਸੰਗਤ ਵਿੱਚ ਜੁੜ ਕੇ ਗੁਰੂ ਗੁਰੂ ਜਪਣਾ, ਸਿਮਰਨ ਕਰਨਾ, ਇਹ ਵੀ ਭਗਤੀ ਹੈ। ਚੌਥੀ ਹੈ ਪਾਦ ਸੇਵਨ ਭਗਤੀ, ਗੁਰੂ ਕੀ ਸੰਗਤ ਦੇ ਚਰਨਾਂ ਦੀ ਸੇਵਾ ਕਰਨੀ, ਇਹ ਵੀ ਗੁਰੂ ਘਰ ਦੇ ਵਿੱਚ ਭਗਤੀ ਹੈ। ਅਰਚਨ ਭਗਤੀ, ਗੁਰੂ ਵਾਸਤੇ ਕੁਝ ਨਾ ਕੁਝ ਭੇਟਾ ਵਜੋਂ ਲੈ ਕੇ ਆਉਣਾ, ਪ੍ਰੇਮ ਦੀ ਭੇਟਾ ਵਿੱਚ ਭਾਵੇਂ ਇੱਕ ਫੁੱਲ ਵੀ ਲੈ ਕੇ ਆਵੀਂ, ਉਹ ਵੀ ਗੁਰੂ ਘਰ ਦੇ ਵਿੱਚ ਭਗਤੀ ਪ੍ਰਵਾਨ ਹੋਵੇਗੀ। ਇੱਕ ਹੈ ਮੈਤਰੀ ਸਖੀ ਭਾਵ ਭਗਤੀ, ਆਪਣੇ ਆਪ ਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਨਮੁਖ ਕੇਵਲ ਇੱਕ ਜੀਵ ਆਤਮਾ ਇਸਤਰੀ ਜਾਣਨਾ, ਪਰਮਾਤਮਾ ਨੂੰ ਆਪਣਾ ਕੰਤ ਜਾਣਨਾ, ਆਪਣਾ ਪਤੀ ਜਾਣਨਾ। ਤੇ ਇੱਕ ਹੈ ਦਾਸ ਭਾਵ ਭਗਤੀ, ਕਿ ਜੇ ਗੁਰੂ ਘਰ ਚੋਂ ਬਖਸ਼ਿਸ਼ ਵੀ ਹੋ ਜਾਵੇ ਤਾਂ ਕਿਤੇ ਹੰਕਾਰ ਨਹੀਂ ਕਰਨਾ, ਹਮੇਸ਼ਾ ਗੁਰੂ ਘਰ ਦਾ ਸੇਵਕ ਬਣ ਕੇ ਗੁਰੂ ਕਾ ਦਾਸ ਵਾਲੀ ਭਾਵਨਾ ਰੱਖਣੀ। ਤੇ ਫਿਰ ਹੈ ਆਤਮ ਸਮਰਪਣ ਭਗਤੀ, ਕਿ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ, ਆਪਣਾ ਆਪ ਗੁਰੂ ਨੂੰ ਸਮਰਪਿਤ ਕਰਨਾ। ਬੰਧਨ ਭਗਤੀ, ਡੰਡੌਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ, ਗੁਰੂ ਨੂੰ ਮੱਥਾ ਟੇਕਣਾ, ਨਮਸਕਾਰ ਕਰਨਾ। ਖਾਲਸਾ ਜੀ ਇਹ ਵੀ ਭਗਤੀ ਹੈ। ਇਸ ਤਰ੍ਹਾਂ 9 ਪ੍ਰਕਾਰ ਦੀਆਂ ਭਗਤੀਆਂ ਸਤਿਗੁਰੂ ਦੱਸਦੇ ਹਨ। ਮਾਇਆ ਮੋਹ ਸਭ ਲੋਕ ਹੈ ਤੇਰੀ, ਤੂੰ ਏਕੋ ਪੁਰਖ ਵਿਦਾਤਾ। ਸੱਚੇ ਪਾਤਸ਼ਾਹ ਕਹਿੰਦੇ ਜਿਤਨੀ ਵੀ ਮਾਇਆ ਨਜ਼ਰ ਆ ਰਹੀ ਹੈ ਨਾ, ਜਿਤਨਾ ਵੀ ਸੰਸਾਰ ਦਾ ਪਸਾਰਾ ਨਜ਼ਰ ਆ ਰਿਹਾ,
ਇਹ ਸਾਰਾ ਕੁਝ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਹੈ ਤੇ ਸਾਰੇ ਪਸਾਰੇ ਨੂੰ ਚਲਾਉਣ ਵਾਲਾ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਖੁਦ ਹੀ ਹੈ। ਏਕਾ ਮਾਈ ਜੁਗਤ ਵਿਆਈ ਤਿਨ ਚੇਲੇ ਪ੍ਰਵਾਨ। ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੀ ਚਲਾ ਰਿਹਾ। ਜਲ ਕਹਾ ਥਲ ਕਹਾ ਗगन के गौन कहा काल के बनाहे सबੈ काल ही चबाहेंगे। ਜਿਤਨਾ ਵੀ ਪਸਾਰਾ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਿਹਾ। ਹਉ ਮੈਂ ਮਾਰ ਮਨਸਾ ਮਨ ਹੈ ਸਮਾਣੀ ਗੁਰ ਕੈ ਸ਼ਬਦ ਪਛਾਤਾ। ਸਤਿਗੁਰੂ ਕਹਿੰਦੇ ਜਿਹੜੇ ਪਰਮਾਤਮਾ ਦੇ ਭਗਤ ਹੁੰਦੇ ਨੇ ਆਪਣੇ ਅੰਦਰੋਂ ਹੰਕਾਰ ਨੂੰ ਮਾਰ ਦਿੰਦੇ ਨੇ, ਆਪਣੀ ਹਸਤੀ ਮਿਟਾ ਦਿੰਦੇ ਨੇ। ਕਿਉਂਕਿ ਜਦੋਂ ਤੱਕ ਆਪਣੀ ਹਸਤੀ ਮਿਟਾਈ ਨਾ ਜਾਵੇ ਉਦੋਂ ਤੱਕ ਗੁਰੂ ਦੇ ਸ਼ਬਦ ਦੀ ਪਹਿਚਾਣ ਨਹੀਂ ਹੁੰਦੀ ਤੇ ਗੁਰੂ ਦੇ ਨਾਲ ਸਾਂਝ ਵੀ ਨਹੀਂ ਪੈਂਦੀ। ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾਹੀ। ਆਪਣੀ ਹਸਤੀ ਮਿਟਾ ਕੇ ਮੈਂ ਮੇਰੀ ਮੁਕਾ ਕਰਕੇ ਹੀ ਗੁਰੂ ਦੇ ਸ਼ਬਦ ਨਾਲ ਸਾਂਝ ਪੈਂਦੀ ਹੈ। ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰ ਕਾ ਨਾਮ ਪਿਆਰਾ। ਤੇ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ ਉਹਨਾਂ ਦੇ ਸਾਰੇ ਕਾਰਜ ਪ੍ਰਮਾਤਮਾ ਆਪ ਹੀ ਕਰ ਦਿੰਦਾ ਹੈ ਤੇ ਪਿਆਰਿਆਂ ਨੂੰ ਕਿਸੇ ਗੱਲ ਦੀ ਚਿੰਤਾ ਹੀ ਨਹੀਂ ਹੁੰਦੀ। ਭਗਤ ਧੰਨਾ ਜੀ ਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਾ ਤੇ ਭਗਤ ਧੰਨਾ ਜੀ ਦੇ ਖੇਤਾਂ ਨੂੰ ਪਾਣੀ ਵੀ ਪ੍ਰਮਾਤਮਾ ਨੇ ਆਪ ਆ ਕਰਕੇ ਲਾਇਆ ਤੇ ਭਗਤ ਧੰਨੇ ਨੂੰ ਕਿਸੇ ਗੱਲ ਦੀ ਚਿੰਤਾ ਵੀ ਨਹੀਂ ਸੀ। ਇਹ ਸੀ ਭਗਤ ਦਾ ਪਿਆਰ ਤੇ ਭਗਤ ਦੇ ਕੰਮ ਕਰਨ ਪ੍ਰਮਾਤਮਾ ਆਇਆ। ਇਹ ਸੀ ਪ੍ਰਮਾਤਮਾ ਦਾ ਪਿਆਰ। ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸਵਾਰਨ ਹਾਰਾ। ਪਰ ਕਹਿੰਦੇ ਪ੍ਰਮਾਤਮਾ ਨੂੰ ਮਨ ਵਿੱਚ ਵਸਾਉਣ ਦਾ ਕੋਈ ਦਾਅਵਾ ਨਹੀਂ ਕਰ ਸਕਦਾ। ਇਹ ਗੁਰੂ ਦੀ ਬਖਸ਼ਿਸ਼ ਦੇ ਨਾਲ ਹੀ ਮਨ ਵਿੱਚ ਵਸਦਾ ਹੈ ਤੇ ਜਿਹਦੇ ਤੇ ਗੁਰੂ ਦੀ ਬਖਸ਼ਿਸ਼ ਹੋ ਜਾਵੇ ਨਾ, ਅਨੰਦ ਭਇਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ। ਸਭੇ ਕਾਜ ਸਵਾਰਿਆ ਜਾ ਤੁਧ ਭਾਵੰਦਾ। ਉਹਦੇ ਸਾਰੇ ਕਾਰਜ ਗੁਰੂ ਆਪ ਸਵਾਰ ਦਿੰਦਾ ਹੈ। ਉਹਨਾਂ ਕੀ ਰੀਸ ਕਰੇ ਸੋਵੇ ਗੁਚੈ ਜਿਨ ਹਰ ਪ੍ਰਭ ਹੈ ਰਖਵਾਰਾ। ਤੇ ਜਿਨ੍ਹਾਂ ਨੂੰ ਪਰਮਾਤਮਾ ਨੇ ਆਪ ਰੱਖਿਆ ਆਪਣੀ ਦਰਗਾਹ ਵਿੱਚ, ਪਰਮਾਤਮਾ ਨੇ ਆਪਣੇ ਪਿਆਰੇ ਬਣਾਇਆ। ਜੇ ਕੋਈ ਪਰਮਾਤਮਾ ਦੇ ਪਿਆਰਿਆਂ ਦੀ ਰੀਸ ਕਰਨੀ ਚਾਹਵੇ ਤੇ ਉਹਦੀ ਮੂਰਖਤਾ ਹੈ। ਪਰਮਾਤਮਾ ਦੇ ਪਿਆਰਿਆਂ ਦੀ ਰੀਸ ਫੇਰ ਹੀ ਪਰਮਾਤਮਾ ਦੀ ਬਖਸ਼ਿਸ਼ ਹੋਵੇਗੀ। ਬਿਨ ਸਤਿਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ ਭੌਂਕ ਮੂਏ ਬਿਲ ਲਾਈ। ਤੇ ਪਰਮਾਤਮਾ ਦੀ ਬਖਸ਼ਿਸ਼ ਬਿਨਾ ਗੁਰੂ ਦੀ ਸੇਵਾ ਤੋਂ ਨਹੀਂ ਹੁੰਦੀ। ਭਾਵੇਂ ਕਿ ਮਨਮੁਖ ਜਿੰਨਾ ਮਰਜੀ ਇੱਕ ਕੂਕਰ ਦੀ ਤਰ੍ਹਾਂ ਫਿੱਕਾ ਬੋਲਦੇ ਰਹਿਣ, ਸਤਿਗੁਰੂ ਨੇ ਸਖਤ ਸ਼ਬਦ ਵਰਤੇ ਕਿ ਭਾਵੇਂ ਮਨਮੁਖ ਬਣ ਕੇ ਜਿਤਨਾ ਮਰਜੀ ਭੌਂਕਦੇ ਰਹਿਣ ਪਰ ਗੁਰੂ ਦੀ ਸੇਵਾ ਤੋਂ ਬਿਨਾ ਕਦੇ ਬਖਸ਼ਿਸ਼ ਨਹੀਂ ਹੁੰਦੀ। ਆਵਹਿ ਜਾਵਹਿ ਠੌਰ ਨਾ ਪਾਵਹਿ ਦੁਖ ਮਹਿ ਦੁਖ ਸਮਾਈ। ਮਨਮੁਖ ਲੋਕ ਸਦਾ ਜਨਮ ਮਰਨ ਦੇ ਗੇੜ ਵਿੱਚ ਹੀ ਰਹਿੰਦੇ ਨੇ ਤੇ ਸਦਾ ਦੁੱਖਾਂ ਵਿੱਚ ਹੀ ਰਹਿੰਦੇ ਨੇ। ਗੁਰਮੁਖ ਹੋਵੈ ਸੋ ਅੰਮ੍ਰਿਤ ਪੀਵੈ ਸਹਜੇ ਸਾਚ ਸਮਾਈ। ਜਿਹੜਾ ਗੁਰਮੁਖ ਹੁੰਦਾ ਹੈ ਉਹੀ ਨਾਮ ਰੂਪੀ ਅੰਮ੍ਰਿਤ ਪੀਂਦਾ ਹੈ। ਨਾਮ ਰੂਪੀ ਅੰਮ੍ਰਿਤ ਪੀ ਕਰਕੇ ਸਹਿਜ ਅਵਸਥਾ ਨੂੰ ਪ੍ਰਾਪਤ ਹੋ ਕੇ ਨਾਮ ਵਿੱਚ ਸਮਾ ਜਾਂਦਾ ਹੈ। ਬਿਨ ਸਤਿਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੈ ਅਧਿਕਾਈ। ਦੁਨੀਆ ਦੇ ਜਿਤਨੇ ਮਰਜ਼ੀ ਕਰਮ ਕਮਾ ਲਵੇ ਜੇ ਸਤਿਗੁਰ ਦੀ ਸੇਵਾ ਨਹੀਂ ਕੀਤੀ ਸਭ ਵਿਅਰਥ ਹੈ। ਮਹਾਰਾਜ ਕਹਿੰਦੇ ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਬਸ ਆਵਈ ਪੁਰਾਣਿਓ ਕੁਰਾਨ ਨੇਤ ਨੇਤ ਕਹਿ ਬਤਾਵਈ। ਜਿਤਨਾ ਮਰਜੀ ਤੰਤਰ ਸਿੱਖਿਆ ਮੰਤਰ ਸਿੱਖਿਆ ਲੈ ਲਵੇ ਪਰ ਜੇ ਗੁਰੂ ਦੀ ਸੇਵਾ ਨਹੀਂ ਕੀਤੀ ਤਾਂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ। ਵੇਦ ਪੜ੍ਹੈ ਤੈ ਬਾਦ ਵਖਾਣ ਹੈ ਬਿਨ ਹਰ ਪਤ ਗਵਾਈ। ਬਾਹਰੀ ਤੌਰ ਤੇ ਭਾਵੇਂ ਧਾਰਮਿਕ ਗ੍ਰੰਥਾਂ ਦੀ ਵਿਆਖਿਆ ਕਰਦਾ ਰਵੇ ਜੇ ਅੰਦਰ ਬੰਦਗੀ ਦੀ ਚਿਣਗ ਨਹੀਂ ਫਿਰ ਸੱਚ ਹੈ ਆਪਣੀ ਪੱਤ ਗਵਾ ਕੇ ਜਾਵੇਗਾ। ਜਿਵੇਂ ਪੀਰ ਆਰਫ ਦੀਨ ਨੂੰ
ਸਤਿਗੁਰੂ ਨੇ ਲਖਨੌਰ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਪੀਰ ਆਪਣੇ ਸੇਵਕਾਂ ਨਾਲ ਪਾਲਕੀ ਤੇ ਸਵਾਰ ਹੋ ਕੇ ਜਾ ਰਿਹਾ, ਮਾਰਜ ਵੱਲ ਵੇਖਿਆ ਤੇ ਕਲਗੀਆਂ ਵਾਲੇ ਨੇ ਕਿਹਾ, ਪੀਰ ਜੀ ਕੀ ਗੱਲ ਹਜੇ ਮਿਲਿਆ ਨਹੀਂ, ਅਜੇ ਪ੍ਰਾਪਤੀ ਨਹੀਂ ਹੋਈ। ਤੇ ਪੀਰ ਪਾਲਕੀ ਤੋਂ ਉਤਰ ਕੇ ਚਰਨਾਂ ਤੇ ਝੁਕ ਗਿਆ ਤੇ ਕਿਹਾ, ਪਾਤਸ਼ਾਹ ਅੱਜ ਤੱਕ ਨਹੀਂ ਸੀ ਮਿਲਿਆ, ਪਰ ਅੱਜ ਮਿਲ ਗਿਆ, ਅੱਜ ਤੇਰੇ ਵਿੱਚੋਂ ਦੀਦਾਰੇ ਹੋ ਗਏ। ਭਾਵ ਜਦੋਂ ਤੱਕ ਗੁਰੂ ਦੀ ਬਖਸ਼ਿਸ਼ ਨਹੀਂ ਹੁੰਦੀ ਉਦੋਂ ਤੱਕ ਪ੍ਰਾਪਤੀ ਨਹੀਂ ਹੋ ਸਕਦੀ। ਸੱਚਾ ਸਤਿਗੁਰ ਸਾਚੀ ਜਿਸ ਬਾਣੀ, ਭਜ ਛੂਟਹਿ ਗੁਰ ਸਰਣਾਈ। ਸਤਿਗੁਰੂ ਕਹਿੰਦੇ ਇਹ ਸੱਚੇ ਸਤਿਗੁਰੂ ਦੀ ਬਾਣੀ ਸੱਚੀ ਹੈ। ਜਿਹੜਾ ਵੀ ਸੱਚੀ ਬਾਣੀ ਦਾ ਜਾਪ ਕਰੇਗਾ, ਗੁਰੂ ਦੀ ਸ਼ਰਨ ਵਿੱਚ ਆਵੇਗਾ, ਗੁਰੂ ਦੁਨੀਆ ਦੇ ਤਖਤੇ ਤੇ ਉਸ ਸਿੱਖ ਦੀ, ਉਸ ਪਿਆਰੇ ਦੀ ਪੱਤ ਰੱਖ ਲਵੇਗਾ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਤੇ ਜਿਨ੍ਹਾਂ ਦੇ ਹਿਰਦੇ ਵਿੱਚ, ਮਨ ਵਿੱਚ ਰੱਬ ਵਸ ਜਾਵੇ, ਉਹ ਪਰਮਾਤਮਾ ਦੀ ਦਰਗਾਹ ਵਿੱਚ ਵੀ ਸੱਚੇ ਅਖਵਾਉਂਦੇ ਨੇ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਤੇ ਜੁਗਾਂ ਜੁਗਾਂ ਤੱਕ ਪਰਮਾਤਮਾ ਨੂੰ ਜਪਣ ਵਾਲਿਆਂ ਦੀ ਸੋਭਾ ਉਹ ਸਦਾ ਹੀ ਹੁੰਦੀ ਰਹਿੰਦੀ ਹੈ, ਕੋਈ ਵੀ ਉਹਨਾਂ ਦੀ ਸੋਭਾ ਮਿਟਾ ਨਹੀਂ ਸਕਦਾ। ਨਾਨਕ ਤਿਨ ਕੈ ਸਦ ਬਲਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ, ਮੈਂ ਉਹਨਾਂ ਭਗਤਾਂ ਤੋਂ ਸਦਾ ਬਲਿਹਾਰੇ ਜਾਣਾ ਜਿਨ੍ਹਾਂ ਹਿਰਦੇ ਦੇ ਅੰਦਰ ਨਾਮ ਸਿੰਚਿਆ ਹੈ, ਨਾਮ ਨੂੰ ਵਸਾਇਆ ਹੈ, ਪੂਰੇ ਗੁਰੂ ਦੀ ਸੇਵਾ ਕੀਤੀ ਹੈ। ਅੱਜ ਦੇ ਪਾਵਨ ਮੁਖਵਾਕ ਵਿੱਚ ਸਤਿਗੁਰੂ ਪਰਮਾਤਮਾ ਦੀ ਵਡਿਆਈ, ਨਾਮ ਨੂੰ ਜਪਣ ਵਾਲਿਆਂ ਤੇ ਹੋ ਰਹੀ ਬਖਸ਼ਿਸ਼ ਬਾਰੇ ਦੱਸਦੇ ਨੇ। ਬਾਣੀ ਅਗਾਧ ਬੋਧ ਹੈ, ਮੁਕੰਮਲ ਅਰਥ ਕੋਈ ਕਰ ਨਹੀਂ ਸਕਦਾ। ਵਿਚਾਰ ਕਰਦਿਆਂ ਨੇਕਾਂ ਭੁੱਲਾਂ ਹੋਈਆਂ ਆਪ ਜੀ ਨੇ ਬਖਸ਼ਣਾ। ਆਪ ਸਭ ਸੰਗਤ ਦਾ, ਸਤਿਗੁਰੂ ਗੁਰੂ ਰਾਮਦਾਸ ਜੀ ਦਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਰੋਮ ਰੋਮ ਕਰਕੇ ਧੰਨਵਾਦ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਅਖੀਰਲੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਜਿਨ ਹਰ ਮਨ ਵਸਿਆ ਸੇ ਦਰ ਸਾਚੇ, ਦਰ ਸਾਚੈ ਸਚਿਆਰਾ। ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮੇਟਣ ਹਾਰਾ। ਨਾਨਕ ਤਿਨ ਕੈ ਸਦ ਬਲਿਹਾਰੈ, ਜਿਨ ਹਰ ਰਾਖਿਆ ਉਰ ਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।